ਹਿਰਦੈ ਨਿਤ ਸ੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਪਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸ਼੍ਰੀ ਕਰਤਾਰ ਸਿਫਤ ਮੈਂ ਰੰਗੀ ਜਪੇ ਨਾਮ ਮਨ ਬਾਸਨ ਭੰਗੀ ਸ਼੍ਰੀ ਪ੍ਰਭ ਚਰਨ ਪ੍ਰੇਮ ਮਸਤਾਨੇ ਇਸ ਬਿਦ ਸਭ ਜਗ ਬੰਧਨ ਹਾਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਬਨ ਬੜਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੂੰ ਰਜਾਈ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਪਿਛਲੇ ਪਹਿਰਾਂ ਦੇ ਸਜੇ ਹੋਏ ਦੀਵਾਨਾਂ 'ਚ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨਿਤਾ ਪ੍ਰਤੀ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਮਾਣਦੇ ਹੋ। ਦਇਆਨਿਧ ਸੁਆਮੀ ਪਹਿਲੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪ੍ਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਵਿਖਿਆਤਾ ਤਾਸ ਚਰਨੇ ਲਿਤ ਹਿਰਦੈ ਬਸਾਵੋਂ ਤੋ ਪਰਮ ਗੁਰੂ ਨਾਨਕ ਗੁਣ ਗਾਵੋਂ ਗਾਵੋਂ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ
ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ। ਐਸੇ ਦੀਨ ਦਿਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਅੰਮ੍ਰਿਤ ਕਥਾ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਗਰੀਬ ਨਵਾਜ ਸਤਿਗੁਰਾਂ ਨੂੰ ਭਰਥਰੀ ਜੀ ਯੋਗੀ ਜੀ ਮਿਲੇ ਹਨ। ਬੇਨਤੀ ਕੀਤੀ ਗਰੀਬ ਨਵਾਜ, ਇਹ ਮਨ ਯੋਗ ਨਾਲ ਨਿਰਮਲ ਹੁੰਦਾ ਹੈ। ਆਪ ਜੀ ਦੇ ਮਤ ਵਿੱਚ ਇਹ ਮਨ ਨਿਰਮਲ ਕਿਵੇਂ ਹੋਵੇਗਾ ਜੇ ਹਠ ਯੋਗ ਨਹੀਂ ਕਰਨਾ। ਦੂਸਰਾ, ਸਾਡੇ ਮਤ ਵਿੱਚ ਜਿਹੜੇ ਯੋਗੀ ਨੇ ਉਹ ਸ਼ਰਾਬ ਦਾ ਪਿਆਲਾ ਪੀ ਕੇ ਮਸਤ ਹੋ ਕੇ ਧਿਆਨ ਇਕਾਗਰ ਕਰਕੇ ਦੁਨੀਆ ਵੱਲੋਂ ਵਿਰਾਗੀ ਹੁੰਦੇ ਐ। ਤੁਹਾਡੇ ਮਤ ਵਿੱਚ ਕਿਹੜਾ ਪਿਆਲਾ ਤੁਸੀਂ ਗ੍ਰਹਿਣ ਕਰਦੇ ਹੋ? ਸਤਿਗੁਰੂ ਜੀ ਨੇ ਬਚਨ ਕੀਤਾ ਕਿ ਯੋਗੀ ਜੀ, ਭਰਥਰੀ ਜੀ, ਸਾਡੇ ਮਤ ਵਿੱਚ ਭਗਤ ਯੋਗ ਸ਼੍ਰੋਮਣੀ ਹੈ। ਜਿਸ ਭਗਤ ਯੋਗ ਨਾਲ ਇਹ ਮਨ ਨਿਰਮਲ ਹੁੰਦਾ ਹੈ, ਉਹਦੇ ਪਰਥਾਏ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ। ਦੂਸਰੀ, ਤੁਸੀਂ ਪਿਆਲੇ ਦੀ ਬਾਤ ਕਰਦੇ ਹੋ। ਸਾਡੇ ਘਰ ਵਿੱਚ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰਨੀ ਕੀ ਕਸ ਪਾਵੈ। ਇੱਦਾਂ ਦਾ ਸਾਡੇ ਘਰ ਵਿੱਚ ਪਿਆਲਾ ਹੈ ਜਿਸ ਨੂੰ ਪੀਣੇ ਦੇ ਨਾਲ ਸੁਰਤ ਇਕਾਗਰ ਹੁੰਦੀ ਹੈ, ਦੁਨੀਆ ਵੱਲੋਂ ਨਿਰਚਾਵਾਨ ਨਿਰਖਵਾਹਿਸ਼ ਹੋ ਜਾਈਦਾ ਹੈ। ਇਹ ਅੰਮ੍ਰਿਤ ਬਚਨ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਆਓ, ਜਿਵੇਂ ਭਰਥਰੀ ਜੀ ਨੂੰ ਮਹਾਰਾਜ ਜੀ ਸੰਤੁਸ਼ਟ ਕਰ ਰਹੇ ਨੇ, ਇਹ ਭਰਥਰੀ ਜੋ ਪ੍ਰਸਿੱਧ ਵਿਦਵਾਨ ਹੈ, ਦਾਰਸ਼ਨਿਕ ਹੈ, ਜਦੋਂ ਕਹਿੰਦੇ ਘਰ-ਬਾਰ ਛੱਡ ਕੇ ਚਲੇ ਗਏ ਭਰਥਰੀ ਜੀ ਵਿਰਾਗ ਧਾਰਨ ਕਰਕੇ। ਕੱਲ ਮੈਂ ਜ਼ਿਕਰ ਕੀਤਾ ਸੀ ਕਿ ਕਿਵੇਂ ਇਹਨਾਂ ਦੇ ਮਨ 'ਚ ਵਿਰਾਗ ਹੋਇਆ ਸੀ। ਘਰ-ਬਾਰ ਛੱਡ ਕੇ ਜਦੋਂ ਗਏ ਤੇ ਬਨਾਰਸ ਦੇ ਬਾਜ਼ਾਰਾਂ 'ਚ ਵਿਚਰ ਰਹੇ ਨੇ ਤੇ ਪੂਰਨਮਾਸ਼ੀ ਦੀ ਰਾਤ ਹੈ, ਚੰਦਰਮਾ ਦੀਆਂ ਰੇਸ਼ਮਾਂ ਧਰਤੀ ਤੇ ਪੈਂਦੀਆਂ, ਚਾਨਣੀ ਰਾਤ ਹੈ। ਕਿਸੇ ਨੇ ਪਾਨ ਖਾ ਕੇ ਥੁੱਕਿਆ ਹੋਇਆ ਸੀ, ਉਹਦਾ ਰੰਗ ਲਾਲ ਸੀ। ਭਰਥਰੀ ਜੀ ਸਾਰੀ ਜ਼ਿੰਦਗੀ ਰਾਜੇ ਸੀ, ਲਾਲਾਂ ਹੀਰਿਆਂ 'ਚ ਰਹੇ ਸਨ। ਉਹ ਜਿਹੜਾ ਥੁੱਕ ਸੀ ਪਾਨ ਕਰਕੇ ਕਿਸੇ ਨੇ ਥੁੱਕਿਆ ਹੋਇਆ ਖਾ ਕੇ, ਉਹਦੇ ਤੇ ਜਦੋਂ ਚੰਦਰਮਾ ਦੀਆਂ ਕਿਰਨਾਂ ਪਈਆਂ ਤੇ ਉਹ ਚਮਕਿਆ ਜਿਵੇਂ ਕੋਈ ਲਾਲ ਹੁੰਦਾ ਹੈ। ਭਰਥਰੀ ਜੀ ਨੇ ਸੋਚਿਆ ਵੀ ਕੋਈ ਲਾਲ ਪਿਆ ਤੇ ਚੁੱਕਣ ਲੱਗੇ, ਹੱਥ ਮੈਲਾ ਹੋ ਗਿਆ। ਮਨ ਨੂੰ ਬੜੀਆਂ ਲਾਹਨਤਾਂ ਪਾਈਆਂ। ਉਹ ਭਰਥਰੀ ਏਡੇ ਏਡੇ ਵੱਡੇ ਅੰਬਾਰ ਖਜ਼ਾਨਿਆਂ ਦੇ ਛੱਡ ਕੇ ਆ ਗਏ ਆ, ਉਦੋਂ ਡੋਲਿਆ ਨਹੀਂ ਤੇਰਾ ਮਨ, ਤੇ ਆ ਕਿਸੇ ਦੇ ਥੁੱਕੇ ਹੋਏ ਥੁੱਕ ਤੇ ਡੋਲ ਗਿਆ। ਲਿਖਦੇ ਹੈ ਭਾਈ ਕਾਹਨ ਸਿੰਘ ਨਾਭਾ ਜੀ ਨੇ ਲਿਖਿਆ, ਉਹ ਕਹਿੰਦੇ ਆਂਗਰੀ ਪੇ ਛਾਲਾ ਪਰਿਓ ਫੇਰ ਫੇਰ ਮਾਲਾ ਮੁਖ। ਕਹਿੰਦੇ ਮਾਲਾ ਫੇਰਦਿਆਂ ਫੇਰਦਿਆਂ ਉਂਗਲੀ ਤੇ ਛਾਲਾ ਪੈ ਗਿਆ। ਅਜਹੂ ਨਾ ਫਿਰਿਓ ਹੈ ਮਨ। ਕਹਿੰਦੇ ਮਨ ਹਾਲੇ ਵੀ ਨਹੀਂ ਫਿਰਿਆ, ਇਹ ਹਾਲੇ ਵੀ ਉਸੇ ਪਾਸੇ ਭੱਜਿਆ ਫਿਰਦਾ। ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਪਾ ਕੇ ਭਰਥਰੀ ਜੀ ਦਾ ਮਨ ਫਿਰਿਆ, ਹਿਰਦਾ ਨਿਜ ਘਰ ਦੇ ਵਿੱਚ ਆ ਕੇ ਟਿਕਿਆ। ਆਓ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਵਿੱਚ, ਗਰੀਬ ਨਵਾਜ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਸੁਰਤੀ ਬਿਰਤੀ ਦੀ ਇਕਾਗਰਤਾ ਵਾਸਤੇ ਆਖੀਏ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ਼੍ਰੀ ਕਰਤਾਰ ਸਿਫਤ ਮੈਂ ਰੰਗੀ। ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ, ਭਰਥਰੀ ਜੀ, ਜਿਹੜੇ ਸ੍ਰੀ ਕਰਤਾਰ ਅਕਾਲ ਪੁਰਖ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ, ਜਪੀ ਨਾਮ ਮਨ ਬਾਸਨ ਭੰਗੀ। ਉਹ ਪਰਮੇਸ਼ਰ ਦਾ ਨਾਮ ਜਪਦੇ ਨੇ ਔਰ ਪਰਮੇਸ਼ਰ ਦਾ ਨਾਮ ਜਪ ਕੇ ਉਹਨਾਂ ਦੇ ਮਨਾਂ ਦੀਆਂ ਵਾਸ਼ਨਾਵਾਂ ਭੰਗ ਹੋ ਗਈਆਂ। ਨਾਮ ਜਪ ਜਪ ਕੇ ਤਿਨਾਂ ਦੇ ਮਨ ਦੀਆਂ ਵਾਸ਼ਨਾਵਾਂ ਨਿਰਵਿਰਤ ਹੋ ਗਈਆਂ ਹਨ। ਸ਼੍ਰੀ ਪ੍ਰਭ ਚਰਨ ਪ੍ਰੇਮ ਮਸਤਾਨੇ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ, ਉਹਦੇ ਚਰਨ ਕਮਲਾਂ ਦੇ ਪ੍ਰੇਮ ਦੇ ਰਸ ਵਿੱਚ ਮਸਤਾਨੇ ਹੋ ਜਾਂਦੇ। ਜਿਵੇਂ ਕਹਿੰਦੇ ਨਾ ਵੀ ਅਸੀਂ ਸ਼ਰਾਬ ਪੀ ਕੇ ਮਸਤ ਹੁੰਦੇ ਆ, ਮਹਾਰਾਜ ਜੀ ਕਹਿੰਦੇ ਰੱਬ ਦੇ ਪਿਆਰੇ ਪਰਮੇਸ਼ਰ ਦੇ ਚਰਨ ਕਮਲਾਂ ਦੇ ਪ੍ਰੇਮ ਰਸ ਵਿੱਚ ਮਸਤਾਨੇ ਹੋ ਜਾਂਦੇ ਹਨ।
ਅਕਾਲ ਪੁਰਖ ਦੇ ਨਾਮ ਰੰਗ ਦੇ ਵਿੱਚ ਮਸਤ ਹੋ ਜਾਂਦੇ ਹਨ। ਇਸ ਬਿਦ ਸਭ ਜਗ ਬੰਧਨ ਹਾਨੇ। ਏਦਾਂ ਪਰਮੇਸ਼ਰ ਦੇ ਚਰਨ ਕਮਲਾਂ ਦੇ ਪ੍ਰੇਮ ਦੇ ਰਸ ਵਿੱਚ ਮਸਤਾਨੇ ਹੋਇਆਂ ਦੇ ਸੰਸਾਰ ਦੇ ਬੰਧਨ ਹਾਨ ਹੋ ਜਾਂਦੇ ਨੇ ਤੇ ਇਹਨਾਂ ਦੇ ਬੰਧਨ ਕੱਟੇ ਜਾਂਦੇ ਹਨ। ਸੁਨ ਪਰਥਰੀ ਉਰ ਸੰਸੇ ਨਾਸਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਸੁਣ ਕੇ ਭਰਥਰੀ ਜੀ ਦੇ ਮਨ ਦੇ ਜਿੰਨੇ ਸੰਸੇ ਸਨ ਉਹ ਸਾਰੇ ਸੰਸੇ ਨਿਰਵਿਰਤ ਹੋ ਗਏ। ਮਹਿਮਾ ਭਗਤ ਲਖੀ ਸੁਖ ਰਾਸਾ। ਭਗਤੀ ਦੀ ਮਹਿਮਾ ਜਾਣ ਲਈ ਕਿ ਭਗਤੀ ਕੀ ਹੈ। ਸਤਿਗੁਰੂ ਜੀ ਦਾ ਘਰ ਭਗਤੀ ਮਾਰਗ ਦਾ ਘਰ ਹੈ। ਖਾਲਸਾ ਜੀ, ਸਾਨੂੰ ਕੋਈ ਪੁੱਛੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਕੀ ਹੈ। ਗੁਰੂ ਨਾਨਕ ਸਾਹਿਬ ਦੇ ਘਰ ਦੀ ਮੁੱਖ ਪਰੰਪਰਾ ਭਗਤੀ ਪਰੰਪਰਾ ਹੈ। ਸਤਿਗੁਰੂ ਜੀ ਨੇ ਭਗਤੀ ਦਾ ਮਾਰਗ ਦੱਸਿਆ ਹੈ। ਭਗਤੀ ਦੇ ਰਾਹ ਦੇ ਨਾਲ ਸਿੱਧ ਕੀਤਾ ਹੈ ਕਿ ਮਨ ਕਿਵੇਂ ਸ਼ੁੱਧ ਹੁੰਦਾ, ਮਨ ਕਿਵੇਂ ਨਿਰਮਲ ਹੁੰਦਾ ਹੈ। ਹਾਥ ਜੋੜ ਪੁਨ ਬੰਧਨ ਕੀਨੀ। ਭਰਥਰੀ ਜੀ ਨੇ ਹੱਥ ਜੋੜੇ, ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਤੇ ਬੰਦਨਾ ਕੀਤੀ, ਮੱਥਾ ਟੇਕਿਆ। ਭਾਉ ਕੀਨ ਪ੍ਰੇਮੇ ਮਤ ਪੀਨੀ। ਔਰ ਸਤਿਗੁਰਾਂ ਦੇ ਪ੍ਰੇਮ ਭਾਵ ਦੇ ਵਿੱਚ ਭਿੱਜ ਗਏ ਭਰਥਰੀ ਜੀ। ਮਹਾਰਾਜ ਜੀ ਦੇ ਪ੍ਰੇਮ ਰੰਗ ਦੇ ਵਿੱਚ ਇਹਨਾਂ ਦੀ ਮੱਤ ਭਿੱਜ ਗਈ। ਪ੍ਰਸ਼ਨੋਤਰ ਕਰ ਰੁਚਿਰ ਪ੍ਰਕਾਰੀ। ਹੋਰ ਵੀ ਬਹੁਤ ਸਾਰੇ ਸਵਾਲ ਜਵਾਬ ਭਰਥਰੀ ਜੀ ਨੇ ਕੀਤੇ। ਜੋ ਜੋ ਉਹਨਾਂ ਦੇ ਮਨ ਦੇ ਸੰਸੇ ਸੀ ਉਹ ਸਤਿਗੁਰੂ ਜੀ ਅੱਗੇ ਪ੍ਰਗਟ ਕੀਤੇ। ਮਹਾਰਾਜ ਜੀ ਨੇ ਭਰਥਰੀ ਜੀ ਦੇ ਸਾਰੇ ਸੰਸੇ ਨਿਵਾਰੇ ਨੇ, ਸਾਰਿਆਂ ਸੰਸਿਆਂ ਦੀ ਨਿਰਵਿਰਤੀ ਕੀਤੀ ਹੈ। ਗਵਨੇ ਤੈ ਤੇ ਸ਼੍ਰੀ ਸੁਖਕਾਰੀ। ਸੁੱਖਾਂ ਦੇ ਦਾਤੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਤਰ੍ਹਾਂ ਭਰਥਰੀ ਜੀ ਨੂੰ ਕਿਰਤਾਰਥ ਕਰਕੇ ਇੱਥੋਂ ਚੱਲੇ ਹਨ। ਮੈਂ ਮਰਦਾਨਾ ਪਾਛੇ ਜਾਵੇਂ। ਭਾਈ ਸਾਹਿਬ ਭਾਈ ਮਰਦਾਨਾ ਜੀ ਔਰ ਭਾਈ ਬਾਲਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਿੱਛੇ ਪਿੱਛੇ ਜਾ ਰਹੇ ਨੇ। ਹਾਸ ਬਿਲਾਸ ਕਰਤ ਮਨ ਭਾਵੇਂ। ਰਸਤੇ ਵਿੱਚ ਭਾਈ ਮਰਦਾਨੇ ਨਾਲ ਸਤਿਗੁਰੂ ਜੀ ਹਾਸ ਬਿਲਾਸ ਵੀ ਕਰ ਲੈਂਦੇ ਸਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਮੌਜ ਆਉਣੀ ਤੇ ਕਈ ਵਾਰੀ ਮਰਦਾਨੇ ਨਾਲ ਮਹਾਰਾਜ ਜੀ ਨੇ ਹਾਸ ਬਿਲਾਸ ਕਰ ਲੈਣੇ। ਹਾਸ ਰਸ ਦੇ ਬਚਨ ਵੀ ਸਤਿਗੁਰੂ ਜੀ ਕਰ ਲੈਂਦੇ। ਕਿਤਕ ਕੋਸ ਪਰ ਪਹੁੰਚੇ ਜਾਈ। ਕੁਝ ਕੋ ਦਾ ਪੈਂਡਾ ਤੈਅ ਕਰਕੇ ਸਤਿਗੁਰੂ ਜੀ ਇੱਕ ਜਗ੍ਹਾ ਤੇ ਪਹੁੰਚੇ। ਵੈਸੇ ਤੈ ਸਤਿਗੁਰ ਸੁਖਦਾਈ। ਇੱਕ ਦਰਖਤ ਵੇਖ ਕੇ ਉਹਦੇ ਥੱਲੇ ਸੁਖਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਸਣ ਲਾ ਕੇ ਬੈਠ ਗਏ, ਸਜ ਗਏ। ਕਾਰਨ ਕਰਨ ਰਿਦੇ ਇਹ ਆਇਓ। ਕਾਰਨ ਕਰਨ ਜਿਹੜੇ ਸਾਰੇ ਜਗਤ ਦਾ ਕਾਰਨ ਨੇ ਔਰ ਸਭ ਕੁਝ ਕਰਨ ਵਾਲੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦੇ ਹਿਰਦੇ 'ਚ ਇਸ ਤਰ੍ਹਾਂ ਵਿਚਾਰ ਆਈ। ਮਰਦਾਨੇ ਕੋ ਮਨ ਪਰਮਾਇਓ। ਸਤਿਗੁਰੂ ਜੀ ਨੇ ਭਾਈ ਮਰਦਾਨੇ ਦਾ ਮਨ ਪਰਮਾ ਦਿੱਤਾ। ਖਾਲਸਾ ਜੀ, ਮਰਦਾਨਾ ਜੀ ਆਤਮ ਅਵਸਥਾ 'ਚ ਬੜੀ ਉੱਚ ਅਵਸਥਾ ਦੀ ਖੇਡ ਦੇ ਮਾਲਕ ਸਨ। ਭਾਈ ਸਾਹਿਬ ਭਾਈ ਮਰਦਾਨਾ ਜੀ ਬੜੀ ਉੱਚ ਕੋਟੀ ਦੀ ਅਵਸਥਾ ਦੇ ਮਾਲਕ ਸੀ। ਇਹ ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਆਪ ਹੀ ਭਰਮਾ ਲੈਂਦੇ ਸੀ। ਕਾਰਨ ਹੁੰਦਾ ਸੀ ਕੋਈ ਨਾ ਕੋਈ, ਕਿਸੇ ਨਾ ਕਿਸੇ ਜੀਵ ਦਾ ਪਾਰ ਉਤਾਰਾ ਕਰਨਾ ਹੁੰਦਾ ਸੀ ਤੇ ਭਰਮਾ ਦਿੰਦੇ ਸੀ ਮਰਦਾਨੇ ਨੂੰ। ਮਹਾਰਾਜ ਜੀ ਨੇ ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਮਾਨ ਭਰਮਾ ਦਿੱਤਾ। ਖਾਲਸਾ ਜੀ, ਜੇ ਗੁਰੂ ਭਰਮਾਣਾ ਚਾਹੇ ਤੇ ਫਿਰ ਕੋਈ ਬਚਾ ਨਹੀਂ ਸਕਦਾ। ਭਾਈ ਗੁਰਦਾਸ ਜੀ ਲਿਖਦੇ ਐ, ਜੇ ਮਾਂ ਹੀ ਜ਼ਹਿਰ ਦੇ ਕੇ ਮਾਰੇ ਨਾ ਪੁੱਤ ਨੂੰ ਤੇ ਫਿਰ ਉਹਨੂੰ ਕੋਈ ਬਚਾਉਣ ਵਾਲਾ ਕੌਣ ਹੈ। ਜੇ ਗੁਰੂ ਚਾਹਵੇ ਨਾ ਭਰਮਾਉਣਾ ਸਿੱਖ ਨੂੰ ਤੇ ਫਿਰ ਸਿੱਖ ਦੇ ਭਰਮਦਿਆਂ ਦੇਰੀ ਨਹੀਂ ਲੱਗਦੀ ਜੇ ਗੁਰੂ ਆਪ ਹੀ ਭਰਮਾ ਲਵੇ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਾਈ ਮਰਦਾਨੇ ਦਾ ਮਨ ਭਰਮਾ ਦਿੱਤਾ। ਕਹਿਤ ਪਇਓ ਮੈਂ ਜਾਉ ਅਵਾਸੂ। ਚੰਗੇ ਭਲੇ ਬੈਠੇ ਇੱਕਦਮ ਹੀ ਬੋਲੇ, ਮਹਾਰਾਜ ਜੀ ਮੈਂ ਘਰ ਜਾਵਾਂ। ਭਾਈ ਮਰਦਾਨਾ ਜੀ ਮਹਾਰਾਜ ਜੀ ਸ਼ਾਂਤ ਹੋ ਕੇ ਬੈਠੇ, ਸੋਚਿਆ ਵੀ ਭਰਮਾਈਏ ਮਨ ਮਰਦਾਨੇ ਦਾ, ਖੇਡ ਵਰਤਾਉਣੀ ਸੀ, ਕੌਡਾ ਤਾਰਨਾ ਸੀ ਤੇ ਚੁੱਪਚਾਪ ਬੈਠੇ ਚੰਗੇ ਭਲੇ। ਇੱਕਦਮ ਹੀ ਖਿਆਲ ਹੀ ਹੁੰਦੇ ਨੇ ਨਾ ਮਨ ਦੇ। ਭਾਈ ਮਰਦਾਨੇ ਦੇ ਮਨ 'ਚ ਖਿਆਲ ਪੈਦਾ ਹੋ ਗਿਆ, ਮਹਾਰਾਜ ਜੀ ਮੈਂ ਘਰ ਜਾਵਾਂ। ਏਦਾਂ ਬੋਲੇ, ਵਿਦਾ ਦਿਓ ਮਨ ਮੋਰ ਉਦਾਸੂ। ਮਹਾਰਾਜ ਮੇਰਾ ਮਨ ਬੜਾ ਉਦਾਸ ਹੈ ਤੇ ਮੈਨੂੰ ਆਗਿਆ ਦਿਓ, ਮੈਂ ਨਹੀਂ ਹੁਣ ਇੱਥੇ ਰਹਿਣਾ।
ਮੇਰਾ ਨਹੀਂ ਜੇ ਦਿਲ ਲੱਗਦਾ। ਸ਼੍ਰੀ ਪ੍ਰਭ ਮੈਨੇ ਜਾਉ ਅਗਾਰੀ। ਮਹਾਰਾਜ ਹੁਣ ਪਤਾ ਨਹੀਂ ਅੱਗੇ ਤੁਸੀਂ ਕਿੱਥੇ ਜਾਣਾ, ਮੈਂ ਤੁਹਾਡੇ ਨਾਲ ਅੱਗੇ ਨਹੀਂ ਜਾਣਾ। ਹਟ ਹੋ ਲਏ ਰਜਾਏ ਤੁਮਾਰੀ। ਮੈਨੂੰ ਆਗਿਆ ਦਿਓ ਤੇ ਮੈਂ ਇੱਥੋਂ ਤੁਹਾਡੀ ਆਗਿਆ ਲੈ ਕੇ ਪਿੱਛੇ ਵਾਪਸ ਪਰਤ ਜਾਵਾਂ, ਮੁੜ ਜਾਵਾਂ। ਦੋਹਰਾ ਸ਼੍ਰੀ ਗੁਰ ਕਹੇ ਨਾ ਜਾਓ ਅਬ, ਗੈਲ ਵਿਖੇ ਜੇ ਬਲਾਏ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਨਾ ਜਾਈ ਬਈ, ਕਿਉਂਕਿ ਜੇ ਹੁਣ ਤੂੰ ਜਿੱਧਰ ਜਾਣਾ ਨਾ ਤੇ ਰਸਤੇ 'ਚ ਬੜੀਆਂ ਬਲਾਵਾਂ ਨੇ, ਬੜੀ ਭਿਆਨਕ ਬਲਾ ਆਉਣੀ ਆ ਰਸਤੇ 'ਚ, ਤੇ ਤੂੰ ਹੁਣ ਨਾ ਜਾ। ਏਦਾਂ ਸਤਿਗੁਰੂ ਜੀ ਨੇ ਰੋਕਿਆ। ਕੋ ਪਚਨ ਤੁਝ ਕੋ ਕਰੇ, ਰਹੋ ਸੰਗ ਸੁਖ ਪਾਏ। ਵਾਪਸ ਨਾ ਜਾ, ਖਾ ਜਾਏਗਾ ਕੋਈ ਤੈਨੂੰ ਰਸਤੇ 'ਚ, ਖਾ ਜਾਏਗਾ ਤੈਨੂੰ, ਪਛ ਜਾਏਗਾ ਕੋਈ। ਸਾਡੇ ਨਾਲ ਰਹਿ ਕੇ ਸੁਖ ਮਾਣ, ਵਾਪਸ ਜਾਏਗਾ ਤੇ ਕੋਈ ਨਾ ਕੋਈ ਬਲਾ ਟੱਕਰੇਗੀ, ਤੈਨੂੰ ਖਾ ਜਾਏਗੀ। ਚੌਪਈ ਕਿਉਂ ਉਦਾਸ ਆਪਣੋ ਮਨ ਕੀਨਾ। ਮਰਦਾਨਿਆ ਤੂੰ ਆਪਣਾ ਮਨ ਉਦਾਸ ਕਾਹਨੂੰ ਕਰਦਾ, ਕਾਹਨੂੰ ਆਪਣੇ ਮਨ 'ਚ ਉਦਾਸੀ ਧਾਰਦਾ। ਉਹ ਦੁੱਖ ਸੰਗ ਰਹਿਨ ਕੋ ਚੀਨਾ। ਸਾਡੇ ਨਾਲ ਰਹਿਣ ਦਾ ਤੈਨੂੰ ਕਾਹਦਾ ਦੁੱਖ ਹੈ, ਕਿਸ ਗੱਲ ਕਰਕੇ ਤੇਰਾ ਮਨ ਪਰੇਸ਼ਾਨ ਹੈ। ਧਰਾ ਸਕਲ ਕੋ ਸੈਲ ਕਰੀਜੈ। ਆ ਵੇਖ ਸਾਰੀ ਧਰਤੀ ਪਰਮੇਸ਼ਰ ਦੀ ਬਣਾਈ, ਇਹਦੀ ਸੈਰ ਕਰ, ਆਨੰਦ ਮਾਣ ਤੂੰ। ਦੁਖੀ ਕਿਹੜੀ ਗੱਲੇ ਹੁੰਨਾ। ਹਰਖ ਸਹਿਤ ਮਮ ਸਾਥ ਰਹੀਜੈ। ਖੁਸ਼ੀ ਦੇ ਨਾਲ ਸਾਡੇ ਨਾਲ ਰਹਿਣਾ ਕਰ। ਧੀਰਜ ਦੇਨੇ ਹਿਤ ਬਹੁ ਭਾਂਤਾ। ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਧੀਰਜ ਦੇਣ ਵਾਸਤੇ ਏਦਾਂ ਬਹੁ ਪ੍ਰਕਾਰ ਨਾਲ ਕਈ ਬਚਨ ਕਹੇ। ਸਮਝਾਇਓ ਨੈ ਮਾਨੇ ਬਾਤਾ। ਮਹਾਰਾਜ ਜੀ ਨੇ ਬਥੇਰਾ ਸਮਝਾਇਆ ਪਰ ਭਾਈ ਮਰਦਾਨਾ ਜੀ ਨਹੀਂ ਮੰਨੇ। ਨਿਜ ਕੁਟੰਬ ਕੇ ਮਿਲਨੇ ਹੇਤਾ। ਨਹੀਂ ਮਹਾਰਾਜ ਮੈਨੂੰ ਤਾਂ ਮੇਰੇ ਬੱਚੇ ਚੇਤੇ ਆਉਂਦੇ ਆ, ਕੁਟੰਬ ਚੇਤੇ ਆਉਂਦਾ। ਮਹਾਰਾਜ ਕਿੰਨਾ ਚਿਰ ਹੋ ਗਿਆ ਪਰਿਵਾਰ ਤੋਂ ਆਇਆ, ਖਬਰੇ ਉਹਨਾਂ ਦਾ ਕੀ ਹਾਲ ਹੋਣਾ। ਮੋਹ ਆ ਗਿਆ ਇੱਕਦਮ, ਸਤਿਗੁਰਾਂ ਨੇ ਹੀ ਬਣਾ ਦਿੱਤਾ ਨਾ, ਆਪ ਹੀ ਕਲਾ ਵਰਤਾਈ ਸਤਿਗੁਰਾਂ ਨੇ। ਕਹਿੰਦਾ ਮਹਾਰਾਜ ਜੀ ਨਹੀਂ, ਮੇਰਾ ਮਨ ਬੜਾ ਉਦਾਸ ਹੈ, ਪਿੱਛੇ ਟੱਬਰ ਹੈ, ਮੇਰਾ ਪਰਿਵਾਰ ਹੈ, ਬਾਲ ਬੱਚੇਦਾਰ ਹਾਂ ਜੀ ਮੈਂ, ਉਹਨਾਂ ਦਾ ਖਬਰੇ ਕੀ ਹਾਲ ਹੋਣਾ, ਜਿਉਂਦੇ ਆ ਮਰੇ ਆ, ਮੈਨੂੰ ਤਾਂ ਪਤਾ ਹੀ ਨਹੀਂ ਉਹਨਾਂ ਬਾਰੇ। ਮਹਾਰਾਜ ਜੀ ਕਿਰਪਾ ਕਰੋ, ਮੈਨੂੰ ਆਗਿਆ ਦਿਓ, ਮੈਂ ਤਾਂ ਜਾਣਾ। ਹਟ ਕਰ ਪਹੁੰਚਿਓ ਚੈਤ ਨਿਕੇਤਾ। ਮਹਾਰਾਜ ਇੱਕ ਵਾਰੀ ਮੇਲਾਵਾਂ ਤੇ ਫਿਰ ਆ ਜਾਵਾਂਗਾ ਤੁਹਾਡੇ ਕੋਲ, ਮਹਾਰਾਜ ਫਿਰ ਤੁਹਾਡੇ ਕੋਲ ਚੱਲ ਕੇ ਪਹੁੰਚ ਜਾਵਾਂਗਾ। ਸ਼੍ਰੀ ਗੁਰ ਮੁਝ ਸੋ ਬਚਨੀ ਉਚਾਰੇ। ਸਤਿਗੁਰੂ ਜੀ ਭਾਈ ਬਾਲੇ ਨੂੰ ਕਹਿਣ ਲੱਗੇ, ਰਾਖੋ ਰਹਿ ਕਹੇ ਤੁਮਾਰੇ। ਮਹਾਰਾਜ ਜੀ ਕਹਿੰਦੇ ਬਾਲਿਆ ਸਾਡਾ ਕਹਿਣਾ ਤਾਂ ਮੰਨਦਾ ਨਹੀਂ ਮਰਦਾਨਾ, ਤੂੰ ਹੀ ਕਹਿ ਕੇ ਰੱਖ ਲੈ, ਤੇਰਾ ਮਿੱਤਰ ਹੈ, ਤੇਰੀ ਗੱਲ ਮੰਨ ਲਏਗਾ, ਤੂੰ ਕਹਿ ਕੇ ਰੋਕ ਲੈ, ਰੱਖ ਲੈ। ਸ਼੍ਰੀ ਅੰਗਦ ਸੁਨੀਏ ਗੁਣ ਖਾਨੀ। ਭਾਈ ਬਾਲਾ ਜੀ ਇਹ ਕਥਾ ਗੁਰੂ ਅੰਗਦ ਸਾਹਿਬ ਨੂੰ ਸੁਣਾ ਰਹੇ ਨੇ। ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ ਸੁਣੋ। ਕਹੀ ਤਾਏ ਸੰਗ ਮੈਂ ਇਵ ਬਾਨੀ। ਕਹਿੰਦੇ ਜਦੋਂ ਸਤਿਗੁਰਾਂ ਨੇ ਮੈਨੂੰ ਕਿਹਾ ਤੇ ਫਿਰ ਮੈਂ ਭਾਈ ਮਰਦਾਨੇ ਨੂੰ ਆਖਿਆ, ਕਿਉਂ ਭੂਲੋ ਉਰ ਕਰੋ ਵਿਚਾਰਾ। ਹੇ ਭਾਈ ਮਰਦਾਨਾ ਜੀ ਕਿਉਂ ਭੁੱਲਦੇ ਹੋ, ਆਪਣੇ ਮਨ 'ਚ ਹਿਰਦੇ 'ਚ ਵਿਚਾਰ ਕਰੋ। ਸ਼੍ਰੀ ਨਾਨਕ ਤਨ ਏਕੰਕਾਰਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਜਿਹੜਾ ਸਰੀਰ ਹੈ ਨਾ, ਉਹ ਏਕੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੀਰ ਉਹਨਾਂ ਨੇ ਧਾਰਨ ਕੀਤਾ ਹੋਇਆ ਹੈ। ਇਨਕੋ ਸੰਗ ਤਜੇ ਹੋਏ ਮੂੜਾ। ਉਹ ਮੂਰਖ ਹੀ ਹੋਵੇਗਾ ਜਿਹੜਾ ਇਹਨਾਂ ਦਾ ਸੰਗ ਛੱਡੇਗਾ। ਇਹੋ ਜਿਹੇ ਮਹਾਂਪੁਰ, ਇਹੋ ਜਿਹੇ ਅਕਾਲ ਪੁਰਖ ਜੀ ਦੇ ਸਵਰੂਪ ਗੁਰੂ ਨਾਨਕ ਸਾਹਿਬ ਦਾ ਜਿਹੜਾ ਸੰਗ ਛੱਡ ਕੇ ਜਾਏਗਾ ਉਹ ਮੂਰਖ ਹੀ ਹੋਵੇਗਾ। ਨਿਜ ਕੁਟੰਬ ਕੇ ਮੋਹ ਅਰੂਡਾ। ਤੂੰ ਆਪਣੇ ਟੱਬਰ ਦੇ ਮੋਹ ਦੇ ਵਿੱਚ ਸਵਾਰ ਹੋ ਗਿਆ ਮਰਦਾਨਿਆ। ਕਾਚ ਬਿਹਾਜਨ ਹਿਤ ਦੁਖ ਸਹਿੀ। ਤੇ ਕੱਚ ਵਿਹਾਜਣ ਵਾਸਤੇ ਤੂੰ ਦੁੱਖ ਸਹਿਣ ਨੂੰ ਤਿਆਰ ਹੋ ਗਿਆ, ਵੀ ਰਾਹ ਵਿੱਚ ਬੁਰੀਆਂ ਬਲਾਵਾਂ ਦਾ ਵੀ ਭੈ ਨਹੀਂ ਮੰਨਦਾ ਤੂੰ। ਗੁਰੂ ਸਾਹਿਬ ਕਹਿ ਰਹੇ ਨੇ ਵੀ ਰਾਹ 'ਚ ਬੁਰੀ ਬਲਾ ਆ, ਖਾ ਜਾਏਗੀ ਤੈਨੂੰ, ਤੇ ਤੂੰ ਉਸ ਕੱਚ ਨੂੰ ਵਿਹਾਜਣ ਵਾਸਤੇ ਫਿਰ ਵੀ ਇਹੋ ਜਿਹਾ ਦੁੱਖ ਸਹਿਣ ਵਾਸਤੇ ਤਿਆਰ ਹੋ ਗਿਆ। ਪਾਰਸ ਨਿਕਟ ਤਜਨ ਮਨ ਚੈਹੀ। ਕਹਿੰਦੇ ਕੋਲ ਪਾਰਸ ਹੈ ਤੇ ਪਾਰਸ ਨੂੰ ਛੱਡ ਕੇ ਮਰਦਾਨਿਆਂ ਕੱਚ ਇਕੱਠਾ ਕਰਨ ਚੱਲਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਰਦਾਨਿਆਂ ਪਾਰਸ ਨੂੰ ਛੱਡ ਕੇ ਕੱਚ ਇਕੱਠਾ ਕਰਨ ਚੱਲਿਆ। ਇਹ ਤਾਂ ਪਾਰਸ ਨੇ,
ਤੇ ਜਿਹੜੇ ਟੱਬਰ ਦਾ ਤੂੰ ਮੋਹ ਕਰੀ ਫਿਰਦਾ ਉਹ ਤਾਂ ਕੱਚ ਹੈ, ਉਹ ਤਾਂ ਨਾਲ ਨਹੀਂ ਜੇ ਨਿਭਣਾ। ਤੇ ਜਿਨ੍ਹਾਂ ਨੂੰ ਛੱਡ ਕੇ ਚੱਲਿਆ ਏ ਉਹ ਨੇ ਜਿਨ੍ਹਾਂ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਬਾਂਹ ਫੜ ਕੇ ਆਪਣੇ ਸੇਵਕਾਂ ਨੂੰ ਨਾਲ ਰੱਖਣਾ। ਸਤਿ ਸ੍ਰੀ ਅਕਾਲ। ਪਾਰਸ ਛੱਡ ਕੇ ਤੂੰ ਕੱਚ ਇਕੱਠਾ ਕਰਨ ਚੱਲਿਆ। ਇਨਕੋ ਸੰਗ ਸੁਦਾ ਸਮ ਤਿਆਗੇ। ਗੁਰੂ ਨਾਨਕ ਸਾਹਿਬ ਦਾ ਸੰਗ ਅੰਮ੍ਰਿਤ ਦਾ ਸੰਗ ਹੈ। ਇਹ ਇਦਾਂ ਹੈ ਜਿਵੇਂ ਤੂੰ ਅੰਮ੍ਰਿਤ ਨੂੰ ਛੱਡ ਕੇ ਜਾ ਰਿਹਾ ਹੈ। ਬਿਖਵਤ ਦੁੱਖ ਕੁਟੰਬੇ ਅਨੁਰਾਗੇ। ਤੇ ਟੱਬਰ ਦਾ ਜਿਹੜਾ ਅਨੁਰਾਗ ਹੈ ਉਹ ਜ਼ਹਿਰ ਸਮਾਨ ਹੈ। ਤੂੰ ਉਹਦੇ ਜ਼ਹਿਰ ਨੂੰ ਵਿਹਾਜਣ ਵਾਸਤੇ ਅੰਮ੍ਰਿਤ ਛੱਡ ਕੇ ਚੱਲਿਆ ਮਰਦਾਨਿਆ। ਜ਼ਹਿਰ ਨੂੰ ਵਿਹਾਜਣ ਵਾਸਤੇ ਅੰਮ੍ਰਿਤ ਛੱਡ ਕੇ ਜਾ ਰਿਹਾ ਹੈ। ਦੋਹਰਾ ਕਹਿਆ ਨ ਮਾਨਿਓ ਭਾਂਤ ਕੈ, ਬਿਦਾ ਲਈ ਕਹਿ ਬੈਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਕ ਭਾਈ ਬਾਲਾ ਜੀ ਦਾ ਕਹਿਣਾ ਨਹੀਂ ਮੰਨਿਆ ਭਾਈ ਮਰਦਾਨੇ, ਕਿਉਂਕਿ ਪ੍ਰਮਾਦ ਸਤਿਗੁਰਾਂ ਨੇ ਹੀ ਦਿੱਤਾ ਸੀ ਨਾ। ਤੇ ਹੁਣ ਕਿਵੇਂ ਮੰਨਦੇ? ਇਹ ਤਾਂ ਹੁਣ ਗੁਰੂ ਨੇ ਹੀ ਮਨਾਉਣਾ ਸੀ, ਸਤਿਗੁਰਾਂ ਨੇ ਹੀ ਭਰਮ ਚੋਂ ਕੱਢਣਾ ਸੀ। ਤੋ ਭਾਈ ਬਾਲਾ ਜੀ ਨੇ ਬਥੇਰਾ ਕਿਹਾ ਪਰ ਭਾਈ ਮਰਦਾਨਾ ਜੀ ਨਹੀਂ ਮੰਨੇ। ਹਰਖਤ ਹੋਏ ਹਟ ਕਰ ਚਲਾ, ਜਾਵਨ ਕੋ ਨਿਜ ਐਨ। ਕਹਿੰਦਾ ਨਹੀਂ ਮਹਾਰਾਜ ਮੈਨੂੰ ਆਗਿਆ ਦਿਓ। ਮਹਾਰਾਜ ਜੀ ਕਹਿੰਦੇ ਫਿਰ ਜਾ ਭਾਈ। ਬੜਾ ਖੁਸ਼ ਹੋਇਆ ਮਰਦਾਨਾ ਵੀ ਚੱਲਿਆ ਘਰ। ਤੇ ਮਹਾਰਾਜ ਜੀ ਤੋਂ ਵਿਦਾ ਹੋ ਕੇ ਭਾਈ ਮਰਦਾਨਾ ਜੀ ਚੱਲ ਪਏ। ਚੌਪਈ ਹੁਤੀ ਜਹਾਂ ਦਾਰੁਨ ਉਦਿਆਨਾ। ਬੜਾ ਭਿਆਨਕ ਜਿਹਾ ਜੰਗਲ ਸੀ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਬੈਠੇ ਨੇ। ਨੇੜਿਓਂ ਨਰਮਦਾ ਵਗਦੀ ਹੈ। ਬੈਸ ਗਏ ਸ਼੍ਰੀ ਗੁਰ ਤੈ ਥਾਨਾ। ਇੱਕ ਜਗ੍ਹਾ ਟਿਕਾਣਾ ਵੇਖ ਕੇ ਸਤਿਗੁਰੂ ਜੀ ਬੈਠ ਗਏ। ਇੱਕ ਪਗ ਆਗੇ ਨੇ ਪ੍ਰਸਥਾਨੇ। ਮਹਾਰਾਜ ਜੀ ਉੱਥੋਂ ਅੱਗੇ ਨਹੀਂ ਗਏ, ਬਹਿ ਗਏ। ਪਾਤਸ਼ਾਹ ਜਾਣਦੇ ਸੀ ਵੀ ਮਰਦਾਨਾ ਵਾਪਸ ਆਵੇਗਾ। ਗਰੀਬ ਨਵਾਜ ਅੱਗੇ ਨਹੀਂ ਗਏ, ਉਡੀਕਦੇ ਨੇ ਵੀ ਸ਼ਰਨ ਆਏਗਾ। ਗੁਰੂ ਤਾਂ ਸਿੱਖ ਨੂੰ ਉਡੀਕਦਾ ਹੈ ਵੀ ਕਦੇ ਤਾਂ ਮੁੜ ਕੇ ਆਵੇਂਗਾ ਨਾ ਮੇਰੇ ਵੱਲ। ਕਿੰਨਾ ਕੁ ਚਿਰ ਭਟਕੇਗਾ ਸੱਜਣਾ, ਅਖੀਰ ਨੂੰ ਤੇ ਪਰਤਣਾ ਹੀ ਪੈਣਾ ਨਾ। ਜੁਗਾਂ ਤਾਈਂ ਸਤਿਗੁਰੂ ਜੀ ਉਡੀਕਦੇ ਆ ਆਪਣੇ ਸੇਵਕ ਨੂੰ, ਆ ਜਾ ਸਿੱਖਾ, ਬੜਾ ਚਿਰ ਹੋ ਗਿਆ ਤੈਨੂੰ, ਹੁਣ ਦੂਰ ਭਟਕਦੇ ਆ ਭਰਮਦੇ ਆ। ਕਮਰ ਕੱਸੇ ਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਦਾਵਾ ਨਹੀਂ ਸੀ ਸੁੱਟਿਆ। ਜਾਣਦੇ ਸੀ ਆਉਣਗੇ ਮਾਂ ਸਿੰਘ ਹੋਣੀ, ਇਹ ਬਦਾਵਾ ਪੜਾਉਣਗੇ, ਉਡੀਕਦੇ ਆ ਸਤਿਗੁਰੂ। ਮਹਾਰਾਜ ਜੀ ਬਹਿ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ। ਜਾਣਦੇ ਸਨ ਮਰਦਾਨਾ ਆਵੇਗਾ ਸ਼ਰਨ, ਅੱਗੇ ਨਹੀਂ ਗਏ। ਬੈਸੀ ਬਾਸੁਰ ਤਾਈ ਬਿਤਾਨੀ। ਸਤਿਗੁਰੂ ਜੀ ਉੱਥੇ ਹੀ ਬੈਠਿਆਂ ਕੁਝ ਸਮਾਂ ਦਿਨ ਬਤੀਤ ਕੀਤਾ। ਮਰਦਾਨਾ ਹਟ ਕਰ ਜਬ ਗਮਨਾ। ਇੱਧਰ ਭਾਈ ਮਰਦਾਨਾ ਜੀ ਜਦੋਂ ਵਾਪਸ ਮੁੜੇ ਹਟ ਕੇ ਸਤਿਗੁਰਾਂ ਕੋਲੋਂ, ਵਧਿਓ ਹੀਤ ਮਿਲਨੇ ਨਿਜ ਭਵਨਾ। ਤੇ ਟੱਬਰ ਦੇ ਜੀਆਂ ਨੂੰ ਮਿਲਣ ਦਾ ਬੜਾ ਹੇਤ ਚਾਅ ਵਧਿਆ ਹੋਇਆ ਵੀ ਬਸ ਹੁਣ ਘਰ ਜਾਣਾ, ਪਹੁੰਚ ਜਾਣਾ ਕੁਝ ਦਿਨਾਂ ਤਾਈਂ, ਪਰਿਵਾਰ ਨੂੰ ਮਿਲਾਂਗਾ, ਬੱਚਿਆਂ ਨੂੰ ਮਿਲਾਂਗਾ। ਬੜੀ ਖੁਸ਼ੀ ਨਾਲ ਪਰਤਦੇ ਆਉਂਦੇ ਐ। ਇੱਕ ਦਿਵਸ ਜਬ ਪੰਥ ਪਧਾਰਾ। ਇੱਕ ਦਿਨ ਲਗਾਤਾਰ ਚੱਲਦੇ ਰਹੇ ਭਾਈ ਮਰਦਾਨਾ ਜੀ। ਦੁਤੀਏ ਦਿਨ ਪਾ ਚਲਨ ਤਿਆਰਾ। ਰਾਤ ਇੱਕ ਜਗ੍ਹਾ ਤੇ ਟਿਕਾਣਾ ਕੀਤਾ ਤੇ ਦੂਜੇ ਦਿਨ ਜਦੋਂ ਸਵੇਰੇ ਚੱਲੇ, ਰਾਖਸ਼ ਹੁਤੋ ਏਕ ਮਗ ਮਾਈ। ਜਿਹੜੇ ਰਸਤੇ ਚ ਆਉਂਦੇ ਸੀ ਉਸੇ ਰਸਤੇ ਚ ਇੱਕ ਰਾਖਸ਼ ਮਿਲਿਆ। ਤਿਨ ਤਬ ਹੀ ਗੈ ਲੀਨ ਤਾਹੀ। ਉਹਨੇ ਭਾਈ ਮਰਦਾਨੇ ਨੂੰ ਵੇਖਿਆ ਤੇ ਪਕੜ ਲਿਆ। ਇਹ ਰਾਖਸ਼ ਦਾ ਨਾਂ ਸੀ ਕੌਡਾ ਰਾਖਸ਼। ਜਦੋਂ ਵੇਖਿਆ ਵੀ ਮਰਦਾਨਾ ਆ ਰਿਹਾ, ਵਿਅਕਤੀ ਆ ਰਿਹਾ, ਮਾਨਵ ਹੈ, ਕੌਡੇ ਰਾਖਸ਼ ਨੇ ਭਾਈ ਮਰਦਾਨੇ ਨੂੰ ਪਕੜ ਲਿਆ। ਜਿੱਥੇ ਪਕੜਿਆ ਸੀ ਨਾ, ਉਸ ਸ਼ਹਿਰ ਦਾ ਨਾਮ ਹੈ ਜੱਬਲਪੁਰ। ਕੁਝ ਸਾਲ ਹੋਏ ਅਸੀਂ ਦਰਸ਼ਨ ਕੀਤੇ ਸਨ ਉੱਥੇ। ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ ਜਿੱਥੇ ਕੌਡੇ ਦਾ ਨਿਸਤਾਰਾ ਕੀਤਾ। ਜੱਬਲਪੁਰ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਮੜਾ ਤਾਹਲ ਸਾਹਿਬ। ਉੱਥੇ ਮਹਾਰਾਜ ਜੀ ਦਾ ਸਥਾਨ, ਬੜਾ ਸੁੰਦਰ ਦਰਬਾਰ ਬਣਿਆ ਹੋਇਆ। ਤੋ ਉੱਥੇ ਕੌਡੇ ਨੇ ਭਾਈ ਮਰਦਾਨੇ ਨੂੰ ਪਕੜ ਲਿਆ। ਨਿਜ ਸਥਾਨ ਗਏ ਕਰ ਸੋ ਗਵਨਾ। ਜਿੱਥੇ ਉਹਦਾ ਟਿਕਾਣਾ ਸੀ, ਫਕੜਿਆ ਬਾਹਰੋਂ ਕਿਤੋਂ, ਫੜ ਕੇ ਭਾਈ ਮਰਦਾਨੇ ਨੂੰ ਉੱਥੇ ਲੈ ਗਿਆ ਜਿੱਥੇ ਉਹਦੀ ਜਗ੍ਹਾ ਸੀ।
ਬਿਨ ਸਤਿਗੁਰੂ ਛੁਟਾਵੇ ਕਵਨਾ। ਹੁਣ ਕੌਡੇ ਨੇ ਫੜਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਤੋਂ ਬਿਨਾਂ ਕੌਣ ਛਡਾਵੇ, ਗੁਰੂ ਬਿਨਾਂ ਕੌਣ ਛਡਾਵੇ। ਭੈ ਕਰ ਕੰਪਤ ਤਨ ਮਰਦਾਨਾ। ਬੜੇ ਡਰ ਨਾਲ ਭੈ ਨਾਲ ਮਰਦਾਨੇ ਦਾ ਸਰੀਰ ਕੰਬਦਾ ਹੈ। ਪੀਤ ਪਇਓ ਮੁਖ ਤੂਕ ਸੁਕਾਨਾ। ਚਿਹਰਾ ਪੀਲਾ ਪੈ ਗਿਆ ਡਰ ਨਾਲ, ਮੂੰਹ ਚੋਂ ਥੁੱਕ ਸੁੱਕ ਗਿਆ। ਦੁਤੀਏ ਨਾ ਕਉ ਤਹਾਂ ਨਿਹਾਰਾ। ਦੂਜਾ ਕੋਈ ਆਪਣੇ ਪਾਸ ਨਹੀਂ ਵੇਖਿਆ, ਵੇਖਿਆ ਵੀ ਹੁਣ ਕੋਈ ਨਜ਼ਰ ਨਹੀਂ ਆਉਂਦਾ, ਕੌਣ ਛਡਾਵੇ ਕੌਣ ਬਚਾਵੇ। ਇਸ ਪੈ ਕਰੇ ਪੁਕਾਰ ਵਿਚਾਰਾ। ਇਸ ਭੈ ਨਾਲ ਹੁਣ ਕਿਹਦੇ ਕੋਲ ਪੁਕਾਰ ਕਰੇ, ਕੋਈ ਦਿਸਦਾ ਹੀ ਨਹੀਂ ਹੈ, ਨਜ਼ਰ ਹੀ ਨਹੀਂ ਆਉਂਦਾ। ਦਾਰੁਨ ਜੈ ਕਾਨਨ ਗੰਭੀਰਾ। ਇਹ ਜੰਗਲ ਹੀ ਸੀ ਸਾਰੇ ਪਾਸੇ, ਬੜਾ ਗਹਿਰ ਗੰਭੀਰ ਜੰਗਲ ਹੈ। ਤਜੀ ਧੀਰੋਏ ਗੋ ਪੈ ਪੀਰਾ। ਔਰ ਮਨ ਦਾ ਜਿੰਨਾ ਧੀਰਜ ਸੀ ਉਹ ਸਾਰਾ ਧੀਰਜ ਛੱਡ ਦਿੱਤਾ। ਜਾਣਿਓ ਜੀਵਨ ਅਬ ਨੈ ਮੇਰੋ। ਭਾਈ ਮਰਦਾਨਾ ਜੀ ਸਮਝ ਗਏ ਵੀ ਹੁਣ ਨਹੀਂ ਜੀਵਨ ਬਚਦਾ ਜਾਪਦਾ। ਉਹ ਭੇਡੂ ਬਣਿਆ ਸੀ, ਚਲੋ ਉੱਥੇ ਮਨ 'ਚ ਇਹ ਸੀ ਵੀ ਮਰਨ ਤਾਂ ਨਹੀਂ ਲੱਗਾ, ਪਰ ਇੱਥੇ ਤਾਂ ਹੁਣ ਜੀਵਨ ਲੀਲਾ ਸਮਾਪਤ ਹੋਈ ਜਾਪਦੀ ਆ, ਹੁਣ ਨਹੀਂ ਜੀਵਨ ਬਚਦਾ। ਬਚਨ ਨ ਮਾਨਿਓ ਮਨ ਗੁਰ ਕੇਰੋ। ਮੈਂ ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ, ਬੜੀ ਵੱਡੀ ਗਲਤੀ ਕੀਤੀ ਹੈ, ਮੈਂ ਸਤਿਗੁਰਾਂ ਦਾ ਬਚਨ ਨਹੀਂ ਮੰਨਿਆ। ਯਦਪ ਕੀਨੋ ਹੈ ਅਪਰਾਧਾ। ਜਦਪ ਮੈਂ ਅਪਰਾਧ ਕੀਤਾ, ਬੜਾ ਵੱਡਾ ਭਿਆਨਕ ਅਪਰਾਧ ਕੀਤਾ, ਗੁਰੂ ਦਾ ਬਚਨ ਨਹੀਂ ਮੰਨਿਆ। ਅਹੇ ਜਥਾਰਤ ਮੋਕੋ ਬਾਦਾ। ਕਹਿੰਦੇ ਜੇ ਬਚਨ ਨਹੀਂ ਮੰਨਿਆ ਮੈਨੂੰ ਇਹ ਸਜ਼ਾ ਚਾਹੀਦੀ ਸੀ, ਮਿਲਣੀ ਚਾਹੀਦੀ ਸੀ। ਮਰਦਾਨਾ ਜੀ ਸੋਚਦੇ ਕਿ ਮੈਂ ਅਪਰਾਧ ਕੀਤਾ, ਇਹ ਸਜ਼ਾ ਮੈਨੂੰ ਮਿਲਣੀ ਚਾਹੀਦੀ ਸੀ। ਤਦਪ ਕਿਰਪਾਲ ਬਿਰਦ ਤਿਨ ਕੇਰਾ। ਪਰ ਫਿਰ ਵੀ ਮੇਰੇ ਸਤਿਗੁਰਾਂ ਦਾ ਜਿਹੜਾ ਬਿਰਦ ਹੈ ਨਾ ਉਹ ਬੜਾ ਕਿਰਪਾਲੂ ਹੈ, ਬੜੇ ਹੀ ਰਹਿਮਤਾਂ ਦੇ ਮਾਲਕ ਨੇ। ਭੈ ਕਾਟेंगे ਸ਼੍ਰੀ ਪ੍ਰਭ ਮੇਰਾ। ਸ਼੍ਰੀ ਪ੍ਰਭੂ ਜੀ ਮੇਰਾ ਭੈ ਕੱਟਣਗੇ, ਮੇਰਾ ਭੈ ਦੂਰ ਕਰਨਗੇ। ਅਸ ਵਿਚਾਰ ਕਰ ਧਰ ਉਰ ਧਿਆਨਾ। ਇਸ ਤਰ੍ਹਾਂ ਦੀ ਵਿਚਾਰ ਕਰਕੇ ਭਾਈ ਮਰਦਾਨਾ ਜੀ ਨੇ ਸਤਿਗੁਰਾਂ ਦਾ ਧਿਆਨ ਧਾਰਿਆ, ਮਹਾਰਾਜ ਜੀ ਦਾ ਧਿਆਨ ਹਿਰਦੇ 'ਚ ਅਰਾਧਿਆ। ਇਸ ਰਾਖਸ਼ ਤੇ ਕਰੋ ਮੁਚਾਨਾ। ਮਹਾਰਾਜ ਕਿਰਪਾ ਕਰੋ, ਇਸ ਰਾਖਸ਼ ਤੋਂ ਮੈਨੂੰ ਬਚਾ ਲਓ, ਇਸ ਰਾਖਸ਼ ਤੋਂ ਮੈਨੂੰ ਬਚਾ ਲਓ। ਬਹੁਰ ਨਾ ਹੋਰੋਂ ਬਚਨ ਤੁਮਾਰਾ। ਮਹਾਰਾਜ ਮੁੜ ਕੇ ਨਹੀਂ ਬਚਨ ਮੋੜਦਾ ਤੁਹਾਡਾ, ਇੱਕ ਵਾਰੀ ਬਚਾ ਲਓ ਮਹਾਰਾਜ ਇਹਦੇ ਤੋਂ, ਮੁੜ ਕੇ ਨਹੀਂ ਜੇ ਤੁਹਾਡਾ ਬਚਨ ਮੋੜਦਾ। ਦੀਨ ਬੰਧੂ ਪ੍ਰਭ ਅਬੇ ਦਾਤਾਰਾ। ਇਹ ਦੀਨਾਂ ਦੇ ਬੰਧੂ ਦਾਤਾ ਜੀ, ਤੁਸੀਂ ਦਾਤੇ ਹੋ, ਦਿਆਲੂ ਹੋ, ਕਿਰਪਾ ਕਰੋ। ਤੈ ਚਿਨ ਸ਼੍ਰੀ ਨਾਨਕ ਸੁਖ ਦਾਨੀ। ਸੁੱਖਾਂ ਦੇ ਦਾਤੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਬਿਗਸੇ ਮੁਝ ਸੋਂ ਬੋਲੇ ਬਾਨੀ। ਭਾਈ ਬਾਲਾ ਜੀ ਕਹਿੰਦੇ ਮੈਂ ਕੋਲ ਬੈਠਾ, ਸਤਿਗੁਰੂ ਜੀ ਹੱਸ ਪਏ ਬੈਠਿਆਂ ਤੇ ਭਾਈ ਬਾਲਾ ਜੀ ਕਹਿੰਦੇ ਮੈਨੂੰ ਕਹਿਣ ਲੱਗੇ ਗੁਰਦੇਵ, ਰਾਖਸ਼ ਨੇ ਗੈ ਲੀਏ ਮਰਦਾਨਾ। ਮਹਾਰਾਜ ਜੀ ਕਹਿੰਦੇ ਬਾਲਿਆ ਮਰਦਾਨੇ ਨੂੰ ਰਾਖਸ਼ ਨੇ ਫੜ ਲਿਆ। ਜਿੱਥੇ ਸਤਿਗੁਰੂ ਬੈਠੇ ਤਕਰੀਬਨ 12-13 ਕੋਹ ਦੀ ਵਾਟ ਸੀ, ਇੱਕ ਦਿਨ ਚਲਦੇ ਗਏ ਸੀ। ਮਹਾਰਾਜ ਜੀ ਜਾਣੀ ਜਾਣ ਸਵਾਮੀ ਜੀ ਕਹਿੰਦੇ ਬਾਲਿਆ ਮਰਦਾਨੇ ਨੂੰ ਰਾਖਸ਼ ਨੇ ਫੜ ਲਿਆ। ਤਲੇ ਤੇਲ ਮੈਂ ਕਰ ਹੀ ਖਾਨਾ। ਉਹ ਤੇਲ 'ਚ ਤਲ ਕੇ ਖਾਏਗਾ ਹੁਣ ਮਰਦਾਨੇ ਨੂੰ, ਉਹਨੇ ਤੇਲ ਤਪਾਇਆ ਹੋਇਆ, ਉਹਦੇ 'ਚ ਤਲ ਕੇ ਖਾਵੇਗਾ। ਦੋਹਰਾ ਸੁਨ ਕਰ ਮੈਂ ਦ્વੈ ਬੰਦ ਕਰ। ਸ਼੍ਰੀ ਗੁਰ ਸੋਂ ਬਚ ਪ੍ਰਾਹੇ। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਦੇ ਬਚਨ ਸੁਣ ਕੇ ਮੈਂ ਹੱਥ ਜੋੜ ਕੇ ਗੁਰਦੇਵ ਨੂੰ ਬੇਨਤੀ ਕੀਤੀ। ਗੈਲ ਬਲਾਏ ਜੋ ਤੁਮ ਕਹਾ ਮਿਲੀ ਚਾਹੇ ਤਾਹੇ। ਮਹਾਰਾਜ ਜੀ ਤੁਸੀਂ ਤਾਂ ਕਿਹਾ ਸੀ ਨਾ ਮਰਦਾਨੇ ਨੂੰ ਵੀ ਰਸਤੇ 'ਚ ਬਲਾ ਆ ਬੜੀ ਭਿਆਨਕ, ਤੇ ਮਹਾਰਾਜ ਤੁਸੀਂ ਕਿਹਾ ਸੀ ਤੇ ਉਹ ਮਿਲਣੀ ਤਾਂ ਸੀਗੀ ਜੇ ਬਚਨ ਤੁਹਾਡਾ ਹੋਇਆ ਸੀ। ਉਦਾਂ ਭਾਵੇਂ ਨਾ ਵੀ ਮਿਲਦੀ, ਪਰ ਤੁਸੀਂ ਕਹਿ ਦਿੱਤਾ ਮਰਦਾਨਿਆ ਰਾਹ 'ਚ ਬਲਾ ਮਿਲੇਗੀ, ਖਾਏਗੀ ਤੈਨੂੰ, ਤੇ ਮਹਾਰਾਜ ਜੀ ਫਿਰ ਉਹ ਤਾਂ ਮਿਲਣੀ ਸੀ, ਇਹ ਤਾਂ ਸੁਭਾਵਕ ਸੀ। ਤੁਹਾਡਾ ਬਚਨ ਜੋ ਹੋ ਗਿਆ, ਜੋ ਪਈ ਅਫਲ ਬਚਨ ਕਿਉਂ ਹੋਏ ਤੁਮਾਰਾ। ਮਹਾਰਾਜ ਤੁਹਾਡਾ ਬਚਨ ਭਲਾ ਨਿਸ਼ਫਲ ਕਿਵੇਂ ਹੋ ਸਕਦਾ?
ਜੋ ਤੁਸੀਂ ਆਖਿਆ ਸੀ ਉਹ ਤਾਂ ਹੋਣਾ ਹੀ ਹੋਣਾ ਸੀ। ਜੈ ਕੇ ਤੀਨ ਲੋਗ ਅਨੁਸਾਰਾ। ਮਹਾਰਾਜ ਇਹ ਤਰਲੋਕੀ ਤੁਹਾਡੇ ਅਨੁਸਾਰ ਹੈ, ਤੁਹਾਡੇ ਹੁਕਮ ਚ ਹੈ, ਤੁਹਾਡੀ ਆਗਿਆ ਵਿੱਚ ਚੱਲਦੀ ਹੈ। ਰਹੇ ਹਟਾਏ ਨਾ ਮਾਨੇ ਮੂਡਾ। ਤੁਸੀਂ ਤਾਂ ਰੋਕਿਆ ਸੀ ਪਰ ਉਹ ਮੰਨਦਾ ਨਹੀਂ ਸੀ, ਮੂਰਖਤਾ ਹੀ ਕੀਤੀ ਹੈ ਮਰਦਾਨੇ ਨੇ। ਨਿਜ ਕੁਟੰਬ ਕੇ ਮੋਹ ਅਰੂਡਾ। ਉਹ ਆਪਣੇ ਟੱਬਰ ਦੇ ਮੋਹ ਦੇ ਵਿੱਚ ਅਰੂੜ ਹੋਇਆ ਸੀ। ਮੁਝ ਸੋ ਸ਼੍ਰੀ ਗੁਰ ਬਚਨ ਬਖਾਨਾ। ਜਦੋਂ ਭਾਈ ਬਾਲੇ ਨੇ ਏਦਾਂ ਆਖਿਆ ਤੇ ਸਤਿਗੁਰੂ ਜੀ ਬੋਲੇ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਚਲੋ ਬੇਗ ਤੈਂ ਕਰੇ ਛੁਟਾਨਾ। ਚੱਲ ਬਾਲਿਆ ਛੇਤੀ ਚੱਲੀਏ, ਚੱਲ ਕੇ ਮਰਦਾਨੇ ਨੂੰ ਛੁਡਾਈਏ। ਇੱਕ ਤੋਂ ਸੰਗ ਲਏ ਕੀ ਲਾਜਾ। ਇੱਕ ਤਾਂ ਮਰਦਾਨੇ ਨੂੰ ਅਸੀਂ ਨਾਲ ਲਿਆਂਦਾ, ਸਾਨੂੰ ਉਹਦੀ ਲਾਜ ਹੈ। ਵੇਖੋ ਸ਼ਰਨਪਾਲ ਸਤਿਗੁਰੂ, ਇਹ ਹੈ ਮੇਰੇ ਸਾਹਿਬ ਦਾ ਬਿਰਦ। ਸ਼ਰਨਪਾਲ ਨੇ ਜਿਹੋ ਜਿਹਾ ਮਰਜ਼ੀ ਕੋਈ ਅਪਰਾਧੀ ਹੋਵੇ, ਜੇ ਸ਼ਰਨ ਆ ਜੇ ਤੇ ਰੱਖਦਿਆਂ ਦੇਰੀ ਨਹੀਂ ਲਾਉਂਦੇ, ਬਸ ਕੋਈ ਪਵੇ ਤਾਂ ਸਹੀ ਸ਼ਰਨ ਵਿੱਚ। ਮੰਪਾਹ ਮੰਪਾਹ ਤੋ ਸ਼ਰਣੰ। ਮਹਾਰਾਜ ਤੁਹਾਡੀ ਸ਼ਰਨ ਚ ਹਾਂ, ਏਦਾਂ ਕਵੇ ਤਾਂ ਸਹੀ ਕਿ ਦਿਲੋਂ। ਸਤਿਗੁਰੂ ਜੀ ਰੱਖਦਿਆਂ ਦੇਰੀ ਨਹੀਂ ਲਾਉਂਦੇ। ਸ਼ਰਨਪਾਲ ਬਿਰਦ ਹੈ ਸਤਿਗੁਰਾਂ ਦਾ। ਕਹਿੰਦੇ ਸਾਨੂੰ ਲਾਜ ਹੈ, ਉਹਦੀ ਨਾਲ ਲਿਆਂਦਾ ਹੈ ਉਸ ਨੂੰ। ਬੋਰੋ ਹਮਾਰੂ ਤੈਂ ਸੋ ਕਾਜਾ। ਫਿਰ ਵੇਖੋ ਕਿਤਨੇ ਦਿਆਲੂ ਮਹਾਰਾਜ ਜੀ। ਕਹਿੰਦੇ ਫਿਰ ਸਾਡਾ ਉਹਦੇ ਨਾਲ ਕੰਮ ਹੈ ਬਾਲਿਆ। ਭਲਾ ਸਤਿਗੁਰਾਂ ਨੂੰ ਕਿਹਦੇ ਨਾਲ ਕੰਮ ਹੋ ਸਕਦਾ ਜਿਹੜੇ ਸਾਰਿਆਂ ਦੇ ਕੰਮ ਕਰਦੇ ਆ। ਪਰ ਵੇਖੋ ਕੀਰਤਨ ਸੁਣਾਉਂਦਾ ਨਾ, ਉਹਦਾ ਕੀਰਤਨ ਸੁਣਾਉਣ ਦਾ ਗੁਣ ਹੈ, ਉਹਦੇ ਕਰਕੇ ਕਹਿੰਦੇ ਸਾਡਾ ਕੰਮ ਹੈ ਜੀ ਉਹਦੇ ਨਾਲ। ਇਹ ਮੇਰੇ ਸਤਿਗੁਰੂ ਦਿਆਲੂ ਪਾਤਸ਼ਾਹ ਆਪਣੇ ਕੀਰਤਨ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਆ। ਕਹਿੰਦੇ ਕਿ ਸਾਡਾ ਉਹਦੇ ਨਾਲ ਕੰਮ ਹੈ। ਅਸ ਕਹਿ ਕਰ ਗਵਨੀ ਤਤਕਾਲਾ। ਏਦਾਂ ਕਹਿ ਕੇ ਤਾਤਕਾਲ ਸਤਿਗੁਰੂ ਜੀ ਚੱਲ ਪਏ। ਮੈਂ ਬੂਝੇ ਤੈਂ ਸਮੇਂ ਕਿਰਪਾਲਾ। ਕਹਿੰਦੇ ਭਾਈ ਬਾਲਾ ਜੀ ਕਹਿੰਦੇ ਮੈਂ ਪੁੱਛਿਆ ਉਸ ਵੇਲੇ ਸਤਿਗੁਰਾਂ ਕੋਲੋਂ, ਕਿਤਕ ਦੂਰ ਰਾਖਸ਼ ਕੋ ਥਾਨਾ। ਮਹਾਰਾਜ ਜੀ ਜਿੱਥੇ ਮਰਦਾਨਾ ਫੜਿਆ ਉਹਦਾ ਕਿੰਨਾ ਕੁ ਦੂਰ ਹੈ ਪਿੰਡ, ਉਹ ਕਿੱਥੇ ਕੁ ਫੜਿਆ ਹੋਇਆ ਰਾਖਸ਼ ਕਿੱਥੇ ਕਰਕੇ ਹੈ। ਹਿਤ ਪਖਨ ਜੈ ਗਹਿਓ ਮਰਦਾਨਾ। ਜਿੱਥੇ ਉਹਨੇ ਭਾਈ ਮਰਦਾਨੇ ਨੂੰ ਖਾਣ ਲਈ ਪਕੜਿਆ ਹੋਇਆ ਉਹ ਕਿੰਨੀ ਕੁ ਦੂਰ ਹੈ ਜਗ੍ਹਾ ਇੱਥੋਂ। ਹਮ ਪਹੁੰਚਨ ਤੇ ਪੂਰਬ ਸੋ। ਸਾਡੇ ਪਹੁੰਚਣ ਤੋਂ ਪਹਿਲਾਂ ਖਾਏ ਜਾਏ ਜੈ ਬਿਲਮ ਨ ਕੋ। ਮਹਾਰਾਜ ਕਿਤੇ ਉਹ ਖਾ ਹੀ ਨਾ ਜਾਵੇ ਮਰਦਾਨੇ ਨੂੰ, ਆਪਣੇ ਨੂੰ ਪਹੁੰਚਦਿਆਂ, ਕਿਉਂਕਿ ਉਹ ਤਾਂ ਕੱਲ ਦਾ ਗਿਆ ਹੋਇਆ ਮਹਾਰਾਜ, ਆਪਾਂ ਅੱਜ ਚੱਲੇ ਆ। ਤੇ ਪਾਤਸ਼ਾਹ ਕਿਤੇ ਆਪਣੇ ਪਹੁੰਚਦਿਆਂ ਉਹ ਖਾ ਹੀ ਨਾ ਜਾਏ ਮਰਦਾਨੇ ਨੂੰ, ਆਪਣੇ ਪਹੁੰਚਣ ਚ ਦੇਰੀ ਨਾ ਹੋ ਜਾਏ। ਨਹੀਂ ਦੂਰ ਬੋ ਨਿਕਟ ਪ੍ਰਮਾਨੋ। ਪਾਤਸ਼ਾਹ ਕਹਿੰਦੇ ਨਹੀਂ ਬਾਲਾ ਜੀ ਬਹੁਤੀ ਦੂਰ ਨਹੀਂ ਹੈ, ਨੇੜੇ ਹੀ ਹੈ। ਕੋਸ 11 ਪਰ ਪਹਿਚਾਨੋ। 11 ਕੋਹ ਦੀ ਵਾਟ ਦੇ ਉੱਤੇ ਆ ਇੱਥੇ ਜਿੱਥੇ ਆਪਾਂ ਹਾਂ, ਇੱਥੋਂ 11 ਕੋਹ ਦੂਰੀ ਤੇ ਹੈ। ਅਸ ਕੈ ਮਮ ਕਰ ਸੋ ਕਰ ਗਹਿਵਾ। ਏਦਾਂ ਕਹਿ ਕੇ ਭਾਈ ਬਾਲੇ ਦਾ ਹੱਥ ਗੁਰੂ ਨਾਨਕ ਸਾਹਿਬ ਨੇ ਪਕੜਿਆ। ਇੱਕ ਛਿਨ ਮੈਂ ਆਵਤ ਪੇ ਤਹਿਵਾ। ਪਾਤਸ਼ਾਹ ਕਹਿੰਦੇ ਸਤ ਕਰਤਾਰ, ਬਾਹ ਫੜੀ ਭਾਈ ਬਾਲੇ ਦੀ ਤੇ ਕਿਹਾ ਸਤ ਕਰਤਾਰ। ਇੱਕ ਅੱਖ ਦੇ ਫੋਰ ਦੇ ਵਿੱਚ 11 ਕੋਹ ਦਾ ਪੈਂਡਾ ਤੈਅ ਕਰਕੇ ਉੱਥੇ ਆ ਗਏ ਜਿੱਥੇ ਮਰਦਾਨਾ ਫੜਿਆ ਹੋਇਆ ਸੀ। ਉੱਥੇ ਹਾਜ਼ਰ ਹੋ ਗਏ ਸਤਿਗੁਰੂ ਜੀ। ਕਾਨਨ ਦੀਰਘ ਦਾਰੁਨ ਭਾਰੀ। ਬੜਾ ਸੰਘਣਾ ਜਿਹਾ ਜੰਗਲ ਆ, ਭਿਆਨਕ। ਰਾਖਸ਼ ਕੋ ਕਰ ਤਾਏ ਮਝਾਰੀ। ਉਹ ਰਾਖਸ਼ ਦਾ ਉੱਥੇ ਟਿਕਾਣਾ ਸੀ, ਉੱਥੇ ਜਗ੍ਹਾ ਸੀ, ਉੱਥੇ ਅੱਜ ਕੱਲ ਸਾਹਿਬ ਦਾ ਸੋਹਣਾ ਦਰਬਾਰ ਹੈ। ਦੋਹਰਾ ਮਰਦਾਨੇ ਕੋ ਦੇਖ ਕਰ ਬਿਰਸਤ ਗਿਰਾ ਅਲਾਏ। ਮਰਦਾਨਾ ਜੀ ਬੈਠੇ ਉੱਥੇ ਤੇ ਸਤਿਗੁਰੂ ਜੀ ਕੋਲ ਜਾ ਕੇ ਖਲੋ ਗਏ। ਵੇਖ ਕੇ ਨਾ ਮਹਾਰਾਜ ਜੀ ਹੱਸ ਪਏ ਮਰਦਾਨੇ ਨੂੰ, ਤੇ ਹੱਸਦਿਆਂ ਆ ਗਰੀਬ ਨਵਾਜ ਸਾਹਿਬ ਜੀ ਬੋਲੇ, ਕਿਉਂ ਬੈਠੇ ਕਰ ਜਾਤ ਨੇ ਸੁਧ ਨਿਜ ਦਿਓ ਬਤਾਏ। ਮਹਾਰਾਜ ਜੀ ਕਹਿੰਦੇ ਉਹ ਮਰਦਾਨਿਆ ਤੂੰ ਇੱਥੇ ਬੈਠਾ ਘਰ ਨਹੀਂ ਜਾਂਦਾ। ਹੱਕੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਜੀ ਕਹਿੰਦੇ ਤੂੰ ਤਾਂ ਘਰ ਗਿਆ ਸੀ ਮਰਦਾਨਿਆ, ਇੱਥੇ ਬੈਠਾ ਕੀ ਕਰਦਾ? ਇੱਥੇ ਕਿਹੜਾ ਤੇਰਾ ਪਰਿਵਾਰ ਹੈ ਜਿਹਨੂੰ ਮਿਲਣ ਆਇਆ? ਪਾਤਸ਼ਾਹ ਕਹਿੰਦੇ ਕੀ ਸੋਚੀ ਬੈਠਾ ਮਨ 'ਚ, ਇੱਥੇ ਕੀ ਸੋਧਾ ਤੇਰੇ ਮਨ ਦੀ ਦੱਸ। ਚੋਪਈ ਸੁਨ ਲੱਜਤ ਹੋਇਓ ਮਰਦਾਨਾ। ਮਹਾਰਾਜ ਜੀ ਦੇ ਬਚਨ ਸੁਣ ਕੇ ਮਰਦਾਨਾ ਜੀ ਬੜੇ ਸ਼ਰਮਿੰਦਾ ਹੋਏ।
ਲੱਜਤ ਹੋਏ। ਗਰੀਬ ਨੀਚ ਕਰ ਕਛ ਨ ਬਖਾਨਾ। ਸਿਰ ਨੀਵਾਂ ਜਿਹਾ ਕਰ ਲਿਆ, ਕੁਝ ਨਹੀਂ ਬੋਲੇ। ਮਹਾਰਾਜ ਕੀ ਦੱਸਾਂ ਤਾਂ ਜੇ ਪਤਾ ਨਾ ਹੋਵੇ ਤੁਹਾਨੂੰ। ਸਿਰ ਨੀਵਾਂ ਜਿਹਾ ਕਰਕੇ ਬਹਿ ਗਏ। ਹਿਰਦੈ ਵਿਖੇ ਹਰਕਤ ਬੋ ਭਇਓ। ਪਰ ਮਨ ਖੇੜੇ ਨਾਲ ਭਰ ਗਿਆ ਵੀ ਆ ਗਏ ਨੇ ਮੇਰੇ ਜਾਨ ਦੇ ਸੁਆਮੀ। ਹਿਰਦਾ ਖੇੜੇ ਨਾਲ ਭਰ ਗਿਆ। ਸ਼ਰਮਿੰਦਾ ਹੋਏ ਨੇ ਪਰ ਹਿਰਦਾ ਖੁਸ਼ ਹੋ ਗਿਆ। ਜਿਹੜਾ ਚਿਹਰਾ ਪੀਲਾ ਪੈਂਦਾ ਸੀ ਨਾ ਡਰ ਨਾਲ, ਉਹ ਲਾਲ ਹੋ ਗਿਆ, ਖੇੜੇ ਨਾਲ ਖਿੜ ਗਿਆ। ਹਾਂਜੀ, ਜੀਵਨ ਜਾਨ ਜਨਮ ਮਮ ਨਇਓ। ਸਮਝ ਗਏ ਮਨ ਚ ਨਵੀਂ ਜ਼ਿੰਦਗੀ ਮਿਲ ਗਈ। ਅੱਜ ਤਾਂ ਜਨਮ ਨਵਾਂ ਹੋ ਗਿਆ। ਮੁਝ ਸੋ ਬੋਲੇ ਦੀਨ ਦਿਆਲਾ। ਇਹਨਾਂ ਤੇ ਦਇਆ ਕਰਨ ਵਾਲੇ ਸਵਾਮੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਇਹ ਜੋ ਕਰਾਹਾ ਤਪਤ ਬਿਸਾਲਾ। ਕੋਲ ਖਲੋਤੇ ਮਰਦਾਨੇ ਨੂੰ ਵੀ ਸੁਣਾਉਂਦੇ ਉੱਚੀ ਆਵਾਜ਼। ਉਹ ਕੌਡੇ ਨੂੰ ਨਜ਼ਰ ਨਹੀਂ ਆਉਂਦੇ ਸਤਿਗੁਰੂ, ਮਰਦਾਨਾ ਜੀ ਨੂੰ ਦਿਸ ਰਹੇ ਆ। ਜਿਹਨੂੰ ਆਪਣਾ ਆਪ ਵਿਖਾਉਣਾ ਉਹਨੇ ਹੀ ਵੇਖਣਾ ਸਤਿਗੁਰਾਂ ਨੂੰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹਨੂੰ ਮੇਰੇ ਸਾਹਿਬ ਨੇ ਵੇਖਿਆ ਨਾ ਵੀ ਮੈਂ ਨਹੀਂ ਇਹਨੂੰ ਦਰਸ਼ਨ ਦੇਣੇ, ਉਹ ਲੱਖ ਯਤਨ ਕਰੇ ਨਹੀਂ ਕਰ ਸਕਦਾ। ਤੇ ਜਿਹਨੂੰ ਆਪਣਾ ਆਪ ਵਿਖਾਉਣਾ ਜਣਾਉਣਾ ਉਹਨੂੰ ਝੱਟ ਜਣਾ ਦੇਣਾ। ਇਹ ਮੇਰੇ ਸਾਹਿਬ ਦੇ ਘਰ ਦੀ ਬਰਕਤ ਹੈ, ਖੇਡ ਹੈ। ਪ੍ਰਿਥੀਆ ਨਹੀਂ ਜਾਣ ਸਕਿਆ, ਇਹ ਗੁਰੂ ਅਰਜਨ ਸਾਹਿਬ ਨੇ, ਗੁਰੂ ਰਾਮਦਾਸ ਸਾਹਿਬ ਨੇ। ਉਹ ਵੀ ਤਾਂ ਘਰ 'ਚ ਹੀ ਸੀ। ਹਜ਼ਾਰਾਂ ਨੇ ਜਾਣ ਲਿਆ। ਜਿਹਨੂੰ ਜਣਾਣਾ ਜਾਣਨਾ ਹੀ ਉਹਨੇ ਆ ਨਾ। ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣ, ਹਰ ਗੁਣ ਸਾਧਹੀ ਆਖ ਬਖਾਣ। ਜਿਹਨੂੰ ਜਣਾਉਣਾ ਉਹ ਜਾਣ ਲੈਂਦਾ। ਮਹਾਰਾਜ ਜੀ ਬਾਲੇ ਨੂੰ ਕਹਿੰਦੇ, ਬਾਲਿਆ ਜਿਹੜਾ ਤੇਲ ਦਾ ਕੜਾਇਆ ਨਹੀਂ ਤਪਦਾ, ਆ ਖੌਲ ਦਾ ਤੇਲ ਉਬਲਣ ਲੱਗ ਪਿਆ। ਮਹਾਰਾਜ ਜੀ ਕਹਿੰਦੇ ਆ ਜਿਹੜਾ ਤੇਲ ਤਪਦਾ ਹੈ, ਤਿਸ ਮੈਂ ਮਰਦਾਨੇ ਕੋ ਪਾਵੇ। ਆ ਜਿਹੜਾ ਕੌਡਾ ਰਾਖਸ਼ ਹੈ ਨਾ, ਇਹਨੇ ਭਾਈ ਮਰਦਾਨੇ ਨੂੰ ਇਹਦੇ ਚ ਪਾਉਣਾ। ਨਾਲੇ ਸੁਣਾਉਂਦੇ ਮਰਦਾਨੇ ਨੂੰ, ਬਾਲਿਆ ਇਹ ਜਿਹੜਾ ਤਪਦਾ ਤੇਲ ਦਾ ਕੜਾਇਆ ਨਾ, ਇਹਦੇ ਵਿੱਚ ਪਾਉਣਾ ਮਰਦਾਨੇ ਨੂੰ ਇਹਨੇ। ਤਲ ਕੈ ਤੇਲ ਵਿਖੇ ਪੁਨ ਖਾਵੇ। ਤਲ ਕੇ ਖਾਏਗਾ ਮਰਦਾਨੇ ਨੂੰ, ਤਲ ਕੇ ਚੰਗੀ ਤਰ੍ਹਾਂ। ਹਾਂਜੀ, ਦੁਰੇ ਰਹੇ ਨੈ ਦਈ ਦਿਖਾਈ। ਮਹਾਰਾਜ ਜੀ ਛੁਪੇ ਹੋਏ ਨੇ, ਕੌਡੇ ਨੂੰ ਨਜ਼ਰ ਨਹੀਂ ਆਉਂਦੇ। ਸੁਨ ਕਰ ਮੈਂ ਪੁਨ ਗਿਰਾ ਅਲਾਈ। ਜਦੋਂ ਸਤਿਗੁਰਾਂ ਭਾਈ ਬਾਲੇ ਨੂੰ ਇਹ ਬਚਨ ਕਹੇ ਤੇ ਭਾਈ ਬਾਲਾ ਜੀ ਬੋਲੇ, ਨੈ ਆਏ ਜੈਸੇ ਤੁਮ ਆਏ। ਮਹਾਰਾਜ ਜੀ ਵੀ ਜੇ ਇਹਨੂੰ ਤਾਲੀ ਲੈਣਾ ਮਰਦਾਨੇ ਨੂੰ ਤੇ ਫਿਰ ਤੁਹਾਡਾ ਇੱਥੇ ਆਇਆ ਨਾ ਆਇਆ ਇੱਕੋ ਬਰਾਬਰ ਹੀ ਆ। ਮਹਾਰਾਜ ਜੀ ਜੇ ਮਰਦਾਨਾ ਤਾਲੀ ਦਿੱਤਾ ਉਹਨੇ, ਕੌਡੇ ਨੇ ਇਹਦੇ ਚ ਤੇਲ ਦੇ ਵਿੱਚ ਪਾ ਕੇ ਖਾ ਹੀ ਲਿਆ, ਤੇ ਫਿਰ ਮਹਾਰਾਜ ਫਿਰ ਉੱਥੇ ਹੀ ਬੈਠੇ ਰਹਿੰਦੇ। ਆਪਾਂ ਫਿਰ ਕਾਹਨੂੰ ਆਉਣਾ ਸੀ? ਜੇ ਆਏ ਜੇ ਨਾ ਆਏ। ਹਾਂਜੀ, ਜੇ ਰਾਖਸ਼ ਤਲ ਲੇਵੇਂ ਖਾਏ। ਜੇ ਮਹਾਰਾਜ ਰਾਖਸ਼ ਨੇ ਤਲ ਕੇ ਹੀ ਖਾ ਲਿਆ ਤੇ ਫਿਰ ਪਾਤਸ਼ਾਹ ਤੁਹਾਡਾ ਆਇਆ ਤੇ ਨਾ ਆਇਆ ਇੱਕੋ ਹੀ ਬਰਾਬਰ ਹੈ। ਦੋਹਰਾ ਸੋ ਬਿਦ ਪੂਰਬ ਕੀਜੀਏ, ਜੈ ਬਿਦ ਛੂਟੇ ਸੋਏ। ਭਾਈ ਬਾਲਾ ਜੀ ਕਹਿੰਦੇ ਮੈਂ ਸਿਫਾਰਿਸ਼ ਕੀਤੀ ਮਰਦਾਨੇ ਦੀ। ਆਖਿਆ ਮਹਾਰਾਜ ਉਹ ਪਾ ਕਰੋ ਜਿਹਦੇ ਨਾਲ ਇਹ ਛੁੱਟ ਜਾਏ, ਜਿਹਦੇ ਨਾਲ ਇਹ ਬਚ ਜਾਏ। ਕਿੰਕਰ ਆਪਨੋ ਜਾਣੀਏ, ਪਤਨ ਨਾ ਏਕੋ ਹੋਏ। ਮਹਾਰਾਜ ਇਹ ਤੁਹਾਡਾ ਕਿੰਕਰ ਸੇਵਕ ਹੈ, ਇਹਦਾ ਪਤਨ ਨਾ ਹੋਵੇ, ਇਹਦਾ ਨਾਸ਼ ਨਾ ਹੋਵੇ, ਇਹਨੂੰ ਬਚਾ ਲਓ। ਚੌਪਈ ਸ਼੍ਰੀ ਗੁਰ ਪਾਖੇ ਦੇਖ ਤਮਾਸ਼ਾ। ਮਹਾਰਾਜ ਜੀ ਕਹਿੰਦੇ ਬਾਲਾ ਜੀ ਆਏ ਆ, ਕਿਸੇ ਕੰਮ ਨੂੰ ਹੀ ਆਏ ਆ ਨਾ। ਤਮਾਸ਼ਾ ਵੇਖੋ ਨਿਰੰਕਾਰ ਦਾ। ਜੋ ਕਰਤਾਰ ਦਿਖਾਏ ਬਿਲਾਸਾ। ਕਰਤਾਰ ਜਿਹੜਾ ਬਿਲਾਸ ਵਿਖਾਉਂਦਾ, ਉਹ ਵੇਖੋ ਕਰਤਾਰ ਦੀ ਰਚਨਾ। ਮੈਂ ਰਾਖਸ਼ ਕੋ ਦਈ ਦਿਖਾਈ। ਮਹਾਰਾਜ ਜੀ ਰਾਖਸ਼ ਨੂੰ ਨਜ਼ਰ ਨਹੀਂ ਆਉਂਦੇ, ਬਚਨ ਕਰ ਰਹੇ ਨੇ, ਰਾਖਸ਼ ਨੂੰ ਨਹੀਂ ਦਿਸਦੇ। ਮਰਦਾਨਾ ਦੇਖੇ ਗੁਰ ਤਾਈ। ਭਾਈ ਮਰਦਾਨਾ ਜੀ ਜ਼ਰੂਰ ਸਤਿਗੁਰਾਂ ਨੂੰ ਵੇਖ ਰਹੇ ਨੇ। ਤਪਿਓ ਤੇਲ ਜਬ ਅਗਨ ਸਮਾਨਾ। ਜਦੋਂ ਤੇਲ ਅੱਗ ਦੇ ਸਮਾਨ ਤਪ ਗਿਆ ਕੜਾਏ ਵਿੱਚ, ਹਲ ਨੇ ਗੈਲੀ ਨੋ ਮਰਦਾਨਾ। ਰਾਖਸ਼ ਨੇ ਭਾਈ ਮਰਦਾਨੇ ਨੂੰ ਬਲ ਨਾਲ ਪਕੜ ਲਿਆ। ਬਲ ਕੇ ਸੰਗ ਤੇਲ ਮੈਂ ਡਾਰਾ। ਬਲ ਨਾਲ ਚੁੱਕ ਕੇ ਭਾਈ ਮਰਦਾਨੇ ਨੂੰ
ਤਪਦੇ ਹੋਏ ਖੌਲਦੇ ਹੋਏ ਤੇਲ ਦੇ ਕੜਾਏ ਵਿੱਚ ਪਾਇਆ। ਕਿਗ ਕੈ ਸ਼੍ਰੀ ਗੁਰ ਨਾਮੀ ਉਚਾਰਾ। ਬਸ ਇਹ ਉਹ ਪਲ ਹੁੰਦਾ, ਇਹ 1 ਸਕਿੰਟ ਦਾ ਉਹ ਸਮਾਂ ਹੁੰਦਾ ਜਦੋਂ ਸੁਰਤ ਇਕਾਗਰ ਹੋ ਕੇ ਕਹਿੰਦੀ ਆ ਰੱਖ ਲਓ, ਤੇ ਮੇਰੇ ਪਾਤਸ਼ਾਹ ਭੱਜ ਕੇ ਰੱਖ ਲੈਂਦੇ ਆ। ਜਦੋਂ ਸੁੱਟਣ ਲੱਗੇ ਨਾ ਐਨ, ਤੇ ਭਾਈ ਮਰਦਾਨਾ ਜੀ ਤੇਲ ਦੇ ਕੜਾਏ ਦੇ ਖੌਲਦੇ ਹੋਏ ਤੇਲ ਦੇ ਕੋਲ ਪਹੁੰਚੇ ਤੇ ਘਿਗ ਕੈ ਸ਼੍ਰੀ ਗੁਰ ਨਾਮ ਉਚਾਰਾ। ਬੇਬਲ ਹੋ ਕੇ ਗੁਰੂ ਨਾਨਕ ਸਾਹਿਬ ਰੱਖ ਲਓ, ਬਸ ਇੰਨਾ ਹੀ ਆਖਿਆ। ਤਰਾਏ ਤਰਾਏ ਨਿਜ ਬਿਰਦ ਸੰਭਾਰੋ, ਪਾਏ ਪਾਏ ਮੁਝ ਜਰ ਤੇ ਉਬਾਰੋ। ਮਹਾਰਾਜ ਰੱਖੋ ਰੱਖੋ ਰੱਖੋ, ਏਦਾਂ ਹੀ ਬੋਲੇ, ਰੱਖਿਆ ਕਰੋ, ਤਰਾਹੇ ਤਰਾਹੇ ਰੱਖ ਲੋ ਗੁਰੂ ਨਾਨਕ ਸਾਹਿਬ ਰੱਖ ਲੋ। ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਇਸ ਅੱਗ ਦੇ ਵਿੱਚੋਂ, ਇਸ ਬਲਦੇ ਹੋਏ ਤਪਦੇ ਤੇਲ ਦੇ ਕੜਾਏ ਤੋਂ ਬਚਾ ਲਓ। ਗੁਨੇ ਗੁਨਨ ਕੋ ਅਬ ਨੇ ਕਾਲਾ। ਮੇਰੇ ਗੁਨਾਹਾਂ ਨੂੰ ਗਿਣਨ ਦਾ ਸਮਾਂ ਨਹੀਂ ਜੇ ਹੁਣ, ਜਿਹੜੇ ਮੈਂ ਗੁਨਾਹ ਕੀਤੇ ਆ ਉਹਦੀਆਂ ਗਿਣਤੀਆਂ ਮਿਣਤੀਆਂ ਨਾ ਕਰੋ, ਹੁਣ ਨਹੀਂ ਸਮਾਂ। ਰੱਛਾ ਕੋ ਏ ਸਮੇਂ ਕਿਰਪਾਲਾ। ਏ ਕਿਰਪਾਲੂ ਸਾਹਿਬ, ਹੁਣ ਇਹ ਰੱਛਿਆ ਦਾ ਵੇਲਾ ਹੈ, ਆਪ ਦੀ ਕਿਰਪਾ ਕਰਕੇ ਰੱਖ ਲੋ ਗੁਰੂ ਨਾਨਕ ਸਾਹਿਬ, ਦੁਆਈ ਆਪ ਜੀ ਦੇ ਨਾਮ ਦੀ। ਦੋਹਰਾ ਤੇਲ ਪਇਓ ਸੀਤਲ ਤਬੇ, ਦੇਹ ਪਰਸ ਕਰ ਸੋਏ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਕੋਈ ਨਹੀਂ ਰੱਖਦੇ ਆ। ਭਗਤ ਸਧਨਾ ਜੀ ਦੇ ਬਚਨ ਚੇਤੇ ਆਉਂਦੇ ਰਾਗ ਬਿਲਾਵਲ ਦੇ। ਜਦੋਂ ਕਹਿੰਦੇ ਸੂਲੀ ਚਾੜਨ ਲੱਗੇ ਨਾ ਭਾਈ ਭਗਤ ਸਧਨਾ ਜੀ ਨੂੰ, ਫਾਂਸੀ ਚਾੜਨ ਲੱਗੇ, ਉਹ ਕਹਿੰਦੇ ਰੱਖੋ ਭਗਵਾਨ ਜੀ ਸਾਹਮਣੇ ਖੜੇ। ਉਹ ਕਹਿੰਦੇ ਕੋਈ ਨਹੀਂ ਸਧਨਿਆ, ਹੌਸਲਾ ਕਰ, ਰੱਖ ਲੈਨੇ ਆ। ਤੇ ਭਗਤ ਜੀ ਬੋਲੇ, ਨਿਰਭ ਕੰਨਿਆ ਕੈ ਕਾਰਨਾਇਕ ਭਇਆ ਭੇਖ ਧਾਰੀ, ਕਾਮਾ ਰਥੀ ਸਵਾਰਥੀ ਬਾਂਕੀ ਪੈਜ ਸਵਾਰੀ। ਉਹ ਕਹਿੰਦੇ ਤੇਰੇ ਗੁਨਾਹ ਨੇ, ਫਲ ਤਾਂ ਮਿਲਣਾ। ਉਹ ਕਹਿੰਦੇ ਤੋ ਗੁਨ ਕਾਹਾ ਜਗਤ ਗੁਰਾ, ਜੋ ਕਰਮ ਨਾ ਨਾਸੈ, ਸਿੰਘ ਸਰਣ ਕਤ ਜਾਈਐ, ਜਿਉ ਜੰਬੁਕ ਗ੍ਰਸੈ। ਉਹ ਕਹਿੰਦੇ ਕੋਈ ਨਹੀਂ ਹੌਸਲਾ ਕਰ, ਰੱਖ ਲੈਨੇ ਆ। ਉਹ ਕਹਿੰਦੇ ਬੂੜ ਮੂਏ ਨੌਕਾ ਮਿਲੈ। ਮਹਾਰਾਜ ਡੁੱਬ ਕੇ ਮਰ ਗਿਆ, ਬਾਅਦ ਚ ਕਿਸ਼ਤੀ ਮਿਲੇ ਕਿਹੜੇ ਕੰਮ ਦੀ। ਭਗਤ ਸਧਨਾ ਜੀ ਕਹਿੰਦੇ ਮਹਾਰਾਜ ਜੇ ਡੁੱਬ ਕੇ ਹੀ ਮਰ ਗਿਆ, ਪਰ ਬਾਅਦ ਚ ਕਿਸ਼ਤੀ ਦਿਓਗੇ, ਉਹ ਕਿਹੜੀ ਕੰਮ ਆਉਣੀ ਆ ਮੇਰੇ। ਇੱਕ ਬੂੰਦ ਜਲ ਕਾਰਣੇ ਚਾਤ੍ਰਿਕ ਦੁਖ ਪਾਵੈ। ਇੱਕ ਪਾਣੀ ਦੀ ਬੂੰਦ ਤੋਂ ਬਿਨਾਂ ਬੱਬੀਆ ਪਿਆਸਾ ਮਰ ਜਾਏ, ਬਾਅਦ ਚ ਉਹਨੂੰ ਸਮੁੰਦਰ ਦੇ ਦਿਓ, ਕਿਹੜੇ ਕੰਮ ਦਾ ਉਹਦੇ ਵਾਸਤੇ। ਮਹਾਰਾਜ ਬਚਾਉਣਾ ਹੁਣੇ ਬਚਾਓ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਬਚਾਓ, ਹੁਣ ਮੇਰੇ ਗੁਨਾਹ ਨਾ ਵੇਖੋ, ਰੱਖ ਲਓ ਗਰੀਬ ਨਵਾਜ ਸਾਹਿਬ ਜੀ, ਰੱਖ ਲਓ। ਜਦੋਂ ਏਦਾਂ ਬੇਨਤੀ ਕੀਤੀ, ਤੇਲ ਪਇਓ ਸੀਤਲ ਤਬੇ, ਦੇਹ ਪਰਸ ਕਰ ਸੋਏ। ਭਾਈ ਮਰਦਾਨਾ ਜੀ ਦਾ ਸਰੀਰ ਜਦੋਂ ਤੇਲ ਨੂੰ ਸਪਰਸ਼ ਹੋਇਆ, ਡਿੱਗ ਗਏ ਵਿੱਚ ਤੇਲ ਦੇ ਕੜਾਏ 'ਚ, ਪਰ ਸਰੀਰ ਨੂੰ ਛੂੰਹਦਿਆਂ ਸਾਰ ਖੌਲਦਾ ਹੋਇਆ ਤਪਦਾ ਤੇਲ ਦਾ ਕੜਾਇਆ ਬੁੱਝ ਕੇ ਠੰਡਾ ਠਾਰ ਤੇ ਸ਼ੀਤਲ ਹੋ ਗਿਆ। ਸਤਿ ਸ੍ਰੀ ਅਕਾਲ। ਤਪਤ ਕੜਾਹਾ ਬੁੱਝ ਗਿਆ, ਉਹ ਤਪਦਾ ਹੋਇਆ ਬਲਦਾ ਹੋਇਆ ਤੇਲ ਦਾ ਖੌਲਦਾ ਹੋਇਆ ਕੜਾਇਆ ਕਹਿੰਦੇ ਇੱਕਦਮ ਸ਼ੀਤਲ ਤੇ ਠੰਡਾ ਠਾਰ ਹੋ ਗਿਆ। ਪਾਵਕ ਤੇਜ ਨਾ ਛੋ ਸਕਾ, ਜਿਉ ਹਿਮ ਰੁੱਤ ਕੋ ਤੋਏ। ਕਹਿੰਦੇ ਅੱਗ ਦਾ ਤੇਜ ਛੂ ਨਹੀਂ ਸਕਿਆ ਭਾਈ ਮਰਦਾਨੇ ਨੂੰ, ਜਿਵੇਂ ਹਿਮ ਰੁੱਤ ਕੋ ਤੋਏ। ਜਿਵੇਂ ਕੋਈ ਬਰਫ਼ ਦਾ ਹੁੰਦਾ ਨਾ, ਬਰਫ਼ ਦੇ ਨਾਲ ਸੰਬੰਧ ਹੁੰਦਾ ਤੇ ਸ਼ੀਤਲ ਹੁੰਦਾ ਸਰੀਰ, ਏਦਾਂ ਸ਼ੀਤਲ ਹੋਏ। ਜੋ ਪਈ ਨਿਜ ਸਰੂਪ ਗੁਰ ਤਬੇ ਦਿਖਾਇਆ। ਜਦੋਂ ਤੇਲ ਦਾ ਕੜਾਇਆ ਸ਼ਾਂਤ ਹੋ ਗਿਆ, ਕੌਡਾ ਹੈਰਾਨ ਇੱਧਰ ਸੱਜੇ ਖੱਬੇ ਵੇਖੇ ਕੀ, ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਪ੍ਰਗਟ ਹੋ ਕੇ ਕੌਡੇ ਨੂੰ ਆਪਣੇ ਦਰਸ਼ਨ ਦਿੱਤੇ। ਹੁਣ ਵਿਖਾਇਆ ਮੇਰੇ ਸਾਹਿਬ ਨੇ ਆਪਣਾ ਆਪ। ਦੇਖਤ ਰਾਖਸ਼ ਵਾਕੇ ਅਲਾਇਆ। ਵੇਖਦਿਆਂ ਰਾਖਸ਼ ਬੋਲਿਆ ਕੌਡਾ, ਕੋ ਹੈ ਤੂੰ ਕਹਿੰਤੇ ਚੱਲ ਆਇਓ। ਕੌਣ ਹੋ ਮਹਾਰਾਜ ਤੁਸੀਂ, ਕਿੱਥੋਂ ਆਏ ਹੋ ਚੱਲ ਕੇ। ਤਪਤ ਕਰਾਹਾ ਜਿਨ ਸੀਤਲਾਇਓ। ਜਿਨ੍ਹਾਂ ਨੇ ਤੇਲ ਦਾ ਕੜਾਇਆ ਠੰਡਾ ਕਰ ਦਿੱਤਾ। ਬਿਗਸੇ ਸ਼੍ਰੀ ਮੁਖ ਬਚਨ ਬਖਾਨਾ। ਮਹਾਰਾਜ ਜੀ ਖਿੜੇ ਹੋਏ ਬੋਲੇ, ਕੋਡਾ
ਕਰ ਤੂੰ ਏਕੋ ਖਾਨਾ। ਮਹਾਰਾਜ ਜੀ ਨਾਲੇ ਹੱਸੀ ਜਾਣ ਤੇ ਹੱਸ ਕੇ ਕਹਿੰਦੇ ਕੌਡਿਆ ਖਾ ਤੂੰ ਇਹਨੂੰ, ਮਰਦਾਨੇ ਨੂੰ ਖਾਂਦਾ ਕਿਉਂ ਨਹੀਂ? ਤੇਲ ਦੇ ਵਿੱਚ ਪਾਇਆ ਹੋਇਆ, ਹੁਣ ਤਾਂ ਖਾ ਲੈ ਇਹਨੂੰ। ਹਾਂਜੀ, ਕਿਉਂ ਪਖਨ ਮੈਂ ਕੀਨੀ ਦੇਰਾ। ਆ ਕਿਉਂ ਖਾਣ 'ਚ ਦੇਰੀ ਲਾਈ ਹੋਈ ਆ? ਹੁਣ ਕਾਹਦੀ ਦੇਰੀ ਐ? ਬਿਨਾ ਤਲੇ ਪਖ ਭੋਜਨ ਤੇਰਾ। ਤੇ ਤੈਨੂੰ ਤਲਣ ਦੀ ਕਾਹਦੀ ਲੋੜ ਆ? ਤੂੰ ਤਾਂ ਬਿਨਾਂ ਤਲਿਆਂ ਵੀ ਖਾ ਜੇ ਇਹਨੂੰ। ਖਾ ਜਾ ਛੇਤੀ ਕਰ। ਮਹਾਰਾਜ ਜੀ ਨਾਲੇ ਹੱਸੀ ਜਾਣ, ਮਰਦਾਨੇ ਵੱਲ ਵੇਖੀ ਜਾਣ। ਮਰਦਾਨਾ ਸਿਰ ਨੀਵਾਂ ਜਾ ਕਰੀ ਜਾਵੇ। ਮਹਾਰਾਜ ਜੀ ਕਹਿੰਦੇ ਵੀ ਕੌਡਿਆ ਤੈਨੂੰ ਕਿਹੜਾ ਤਲਣ ਦੀ ਲੋੜ ਆ? ਇਹਨੂੰ ਬਿਨਾਂ ਤਲਿਆਂ ਖਾ ਜਾ। ਬਿਸਮਿਓ ਰਾਖਸ਼ ਵਾਕੇ ਉਚਾਰਾ। ਉਹ ਰਾਖਸ਼ ਹੈਰਾਨ ਹੋਈ ਜਾਵੇ ਤੇ ਬੋਲਿਆ ਤੁਮ ਕਿਉਂ ਜਾਨ ਤੇ ਨਾਮ ਹਮਾਰਾ। ਜਦੋਂ ਮਹਾਰਾਜ ਨੇ ਕਿਹਾ ਨਾ ਕੌਡਿਆ ਖਾ ਜਾ ਇਹਨੂੰ, ਕਹਿੰਦਾ ਮਹਾਰਾਜ ਹੈਰਾਨ ਹੋ ਕੇ ਕਹਿੰਦਾ ਜੀ ਤੁਹਾਨੂੰ ਮੇਰਾ ਨਾਂ ਕਿਵੇਂ ਪਤਾ? ਕੌਡਾ ਕਹਿੰਦਾ ਸਤਿਗੁਰਾਂ ਨੂੰ, ਕਹਿੰਦਾ ਮਹਾਰਾਜ ਤੁਹਾਨੂੰ ਮੇਰਾ ਨਾਂ ਕਿਵੇਂ ਪਤਾ? ਮਹਾਰਾਜ ਕਹਿੰਦੇ ਸਾਨੂੰ ਤਾਂ ਤੇਰੀ ਸਾਰੀ ਕੁੰਡਲੀ ਦਾ ਵੀ ਪਤਾ, ਪਿਛਲੀ ਦਾ, ਤੂੰ ਨਾਂ ਦਾ ਹੀ ਪੁੱਛਦਾ। ਹਾਂਜੀ, ਪੂਰਬ ਕਬੇ ਨਾ ਮਿਲਣਾ ਪਇਓ। ਕਹਿੰਦਾ ਮਹਾਰਾਜ ਪਹਿਲਾਂ ਦਾ ਕਦੇ ਮਿਲੇ ਨਹੀਂ ਆਪਾਂ, ਤੁਹਾਡੇ ਨਾਲ ਕਦੇ ਪਹਿਲਾਂ ਮੇਲ ਨਹੀਂ ਹੋਇਆ। ਅਬੇ ਸਰੂਪ ਬਿਲੋ ਕੇ ਉਨਿਓ। ਮੈਂ ਤਾਂ ਪਹਿਲੀ ਵਾਰ ਤੁਹਾਡਾ ਸਰੂਪ ਵੇਖਿਆ। ਦੋਹਰਾ ਅਸ ਪ੍ਰਕਾਰ ਮੁਖ ਕਹਿਤੇ ਉਪਜਿਓ ਪੂਰਬ ਗਿਆਨ। ਇਸ ਤਰ੍ਹਾਂ ਕਹਿੰਦਿਆਂ ਸਾਰੇ ਨੂੰ ਆਪਣੀ ਪਿਛਲੀ ਸੋਝੀ ਹੋ ਗਈ ਕੌਡੇ ਨੂੰ, ਰਾਖਸ਼ ਨੂੰ, ਕਿ ਰਾਖਸ਼ ਕਿਉਂ ਬਣਿਆ। ਉਹ ਸੋਝੀ ਹਿਰਦੇ 'ਚ ਪ੍ਰਗਟ ਹੋ ਗਈ, ਆਪਣੇ ਪੂਰਬਲੇ ਜਨਮ ਦੀ ਸੋਝੀ ਆ ਗਈ। ਦਰਸ਼ਨ ਕੇ ਪ੍ਰਤਾਪ ਤੇ ਭਾਈ ਸਰਾਪ ਕੀ ਹਾਨ। ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਦੇ ਪ੍ਰਤਾਪ ਨਾਲ ਜਿਹੜਾ ਇਹਨੂੰ ਸਰਾਪ ਮਿਲਿਆ ਸੀ, ਉਹ ਸਰਾਪ ਕੱਟਿਆ ਗਿਆ। ਕਈ ਪੁੱਛਦੇ ਆ ਨਾ ਵੀ ਦਰਸ਼ਨਾਂ ਦਾ ਕੀ ਪੁੰਨ ਹੈ ਜੀ? ਕੱਲਾ ਇਹ ਹੈ ਦਰਸ਼ਨਾਂ ਦਾ ਪ੍ਰਤਾਪ, ਕਿ ਦਰਸ਼ਨ ਕਰਦਿਆਂ ਹੀ ਕੌਡੇ ਨੂੰ ਜਿਹੜਾ ਸਰਾਪ ਮਿਲਿਆ ਸੀ ਨਾ ਰਾਖਸ਼ ਹੋਣ ਦਾ, ਉਹ ਸਰਾਪ ਇਹਦਾ ਕੱਟਿਆ ਗਿਆ। ਹਾਂਜੀ, ਚੌਪਾਈ ਸੁਧ ਕੋ ਪਾਏ ਮੁਕਰ ਨਿਜ ਲਿਆਇਓ। ਸੋਝੀ ਆਈ ਤੇ ਇੱਕ ਸ਼ੀਸ਼ਾ ਇਹਦਾ ਧਰਿਆ ਹੋਇਆ ਸੀ ਕੋਈ, ਉਹ ਲਿਆਂਦਾ। ਸ਼੍ਰੀ ਗੁਰ ਆਗੇ ਤਰ ਦਿਖ ਰਾਇਓ। ਉਹ ਸ਼ੀਸ਼ਾ ਇਹਨੇ ਸਤਿਗੁਰਾਂ ਦੇ ਸਾਹਮਣੇ ਰੱਖਿਆ ਵੀ ਇਹਦੇ 'ਚ ਮਹਾਰਾਜ ਜੀ ਦਾ ਚਿਹਰਾ ਵੇਖੀਏ। ਜਬ ਪ੍ਰਤੀਬਿੰਬ ਦੇਖ ਮੁਖ ਕੇਰਾ। ਜਦੋਂ ਸ਼ੀਸ਼ੇ 'ਚ ਸਤਿਗੁਰਾਂ ਦਾ ਸਰੂਪ ਵੇਖਿਆ ਵੀ ਜਿਵੇਂ ਜਿਹਾ ਹੈ ਉਦਾਂ ਹੀ ਨਜ਼ਰ ਆ ਰਿਹਾ ਹੈ। ਪਰਿਓ ਚਰਨ ਪਰ ਹੋਏ ਬਿਨ ਦੇਰਾ। ਬਸ ਫਿਰ ਤਾਂ ਬਿਨਾਂ ਦੇਰੀ ਤੋਂ ਜਿਵੇਂ ਡੰਡਾ ਨਹੀਂ ਜ਼ਮੀਨ ਤੇ ਡਿੱਗਦਾ, ਏਦਾਂ ਕੌਡਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਡਿੱਗ ਪਿਆ। ਹਾਂਜੀ, ਕਰ ਬੰਧਨ ਹੋਇਓ ਪੁਨ ਠਾਂਡਾ। ਨਮਸਕਾਰ ਕਰਕੇ ਸਤਿਗੁਰਾਂ ਦੇ ਸਨਮੁਖ ਖਲੋ ਗਿਆ। ਮਨ ਅਨੁਰਾਗ ਅਧਿਕ ਜੈ ਬਾਡਾ। ਜਿਹਦੇ ਮਨ 'ਚ ਬੜਾ ਭਾਰੀ ਅਨੁਰਾਗ ਵਧਿਆ ਹੋਇਆ ਹੈ। ਬੰਦ ਹੱਥ ਦ્વੈ ਗੁਰੂ ਆਗਾਰੀ। ਦੋਵੇਂ ਹੱਥ ਬੰਨ ਕੇ ਸਤਿਗੁਰੂ ਜੀ ਦੇ ਸਨਮੁਖ ਗਦ ਗਦ ਗਿਰਾ ਹਰਖ ਉਰ ਪਾਰੀ। ਗਲਾ ਗਦ ਗਦ ਹੋ ਗਿਆ, ਖੇੜੇ ਨਾਲ ਭਰ ਗਿਆ। ਕਮਲ ਬਦਨ ਬੂਜਤ ਤੈ ਤਾਈ। ਕਮਲ ਬਦਨ ਸਤਿਗੁਰੂ ਜੀ ਕੌਡੇ ਨੂੰ ਪੁੱਛਦੇ ਬ੍ਰਿਥਾ ਆਪਨੀ ਦਿਓ ਬਤਾਈ। ਦੱਸ ਵੀ ਕੌਡਿਆ ਤੇਰੀ ਕੀ ਬਿਰਥਾ ਹੈ, ਤੇਰੀ ਕੀ ਪੀੜਾ ਹੈ? ਪੂਰਬ ਦਿਓ ਰਜਾਏ ਗੁਣ ਮੰਦਿਰ। ਕਹਿਣ ਲੱਗਾ ਮਹਾਰਾਜ ਮੈਂ ਆਪਣਾ ਦੁੱਖ ਦੱਸਾਂਗਾ ਬਾਅਦ ਵਿੱਚ, ਪਹਿਲਾਂ ਆਪ ਜੀ ਕਿਰਪਾ ਕਰਕੇ ਮੈਨੂੰ ਆਗਿਆ ਦਿਓ। ਆਨੋ ਪੇਟ ਮధుਰ ਫਲ ਸੁੰਦਰ। ਮਹਾਰਾਜ ਮੈਂ ਤੁਹਾਡੇ ਵਾਸਤੇ ਕੁਝ ਫਲ ਲੈ ਕੇ ਆਵਾਂ, ਤੁਸੀਂ ਛਕ ਲਓ, ਦੂਰੋਂ ਆਏ ਹੋ। ਮਹਾਰਾਜ ਮੈਂ ਆਪਣਾ ਦੁੱਖ ਦੱਸਾਂਗਾ ਬਾਅਦ ਚ, ਤੁਸੀਂ ਪਾਤਸ਼ਾਹ ਜੀ ਆਏ ਹੋ, ਮੇਰੇ ਘਰ ਆਏ ਹੋ, ਤੇ ਮੈਂ ਥੋੜੇ ਜਿਹੇ ਫਲ ਲੈ ਆਵਾਂ ਆਪ ਜੀ ਦੇ ਛਕਣ ਵਾਸਤੇ। ਬੋਰੋ ਉਚਰੋ ਆਪਣੀ ਗਾਥਾ। ਫਿਰ ਮੈਂ ਆਪਣੀ ਗਾਥਾ ਦੱਸਾਂਗਾ। ਜਿਸ ਪ੍ਰਕਾਰ ਬੀਤੀ ਮੁਝ ਸਾਥਾ। ਜਿਸ ਪ੍ਰਕਾਰ ਮੇਰੇ ਨਾਲ ਬੀਤੀ ਹੈ। ਆਇਸ ਪਾਏ ਗਇਓ ਬਨ ਮਾਈ। ਆਗਿਆ ਪਾ ਕੇ ਸਤਿਗੁਰੂ ਜੀ ਦੇ ਕੋਲੋਂ ਕੌਡਾ ਗਿਆ। ਜੈਠਾ ਸੁਫਲ ਵਿਪਟ ਸੁਹਾਈ। ਜਿੱਥੇ ਸੋਹਣੇ ਫਲਦਾਰ ਦਰਖਤ ਸਨ। ਬੀਨ ਬੀਨ ਕੈ ਮਧੁਰੇ ਆਨੇ। ਉਹਨਾਂ ਦਰਖਤਾਂ ਤੋਂ ਚੁਣ ਚੁਣ ਕੇ ਫਲ ਮਿੱਠੇ ਮਿੱਠੇ ਲਿਆਂਦੇ। ਜਿਨੇ ਦੇਖ ਮੁਨੀ ਮਨ ਲਲਚਾਨੇ। ਇਹੋ ਜਿਹੇ ਫਲ ਜਿਨ੍ਹਾਂ ਨੂੰ ਵੇਖ ਕੇ ਮੁਨੀ ਵੀ ਲਲਚਾ ਜਾਣ। ਐਨ ਵਧੀਆ ਵਧੀਆ ਫਲ ਮਿੱਠੇ, ਜਿਨ੍ਹਾਂ ਨੂੰ ਮੁਨੀ ਵੇਖ ਕੇ ਲਲਚਾ ਜਾਣ। ਸਰਬ ਤਰੇ ਜਬ ਗੁਰੂ ਆਗਾਰੀ। ਉਹ ਸਾਰੇ ਫਲ ਲਿਆ ਕੇ ਇੱਕ ਵੱਡੇ ਕਿਸੇ ਟੋਕਰੇ 'ਚ ਪਾ ਕੇ ਸਤਿਗੁਰਾਂ ਦੇ ਸਨਮੁਖ ਰੱਖੇ। ਬਿਗਸ ਬਦਨ ਤੇ ਗਿਰਾ ਉਚਾਰੀ। ਮਹਾਰਾਜ ਜੀ ਹੱਸਦੇ ਪਏ ਤੇ ਬੋਲੇ ਮਰਦਾਨਾ
ਆਪਣਾ ਗੁਰੂ ਮਾਨੋ। ਮਹਾਰਾਜ ਜੀ ਕਹਿੰਦੇ ਕੌਡਿਆ ਤੇਰਾ ਪਾਰ ਉਤਾਰਾ ਕਰਨ ਵਾਲਾ ਮਰਦਾਨਾ ਆ, ਉਹ ਜੇ ਨਾ ਆਉਂਦਾ ਤੇ ਤੇਰਾ ਉਤਾਰਾ ਨਹੀਂ ਸੀ ਹੋਣਾ। ਇਸ ਕਰਕੇ ਤੂੰ ਪਹਿਲਾਂ ਉਹਨੂੰ ਭੇਟਾ ਕਰ ਜਿਹਦੇ ਕਰਕੇ ਅਸੀਂ ਆਏ ਆ ਇੱਥੇ। ਹਾਂਜੀ, ਫਲ ਤਾਰੇ ਆਗੇ ਬੰਧਨ ਠਾਨੋ। ਇਹ ਫਲ ਮਰਦਾਨੇ ਅੱਗੇ ਰੱਖ ਕੇ ਮੱਥਾ ਟੇਕ, ਪੂਜਾ ਕੀਜੇ ਹੋਏ ਉਦਾਰਾ। ਮਰਦਾਨੇ ਦੀ ਪੂਜਾ ਕਰ ਤੇਰਾ ਉਧਾਰ ਹੋਵੇਗਾ। ਸੁਨ ਕੋਡੇ ਪੁਨ ਬਚਨੀ ਉਚਾਰਾ। ਸੁਣ ਕੇ ਕੌਡੇ ਨੇ ਬਚਨ ਕਹੇ, ਸੀਸ ਮੁਕਟ ਅਬ ਹੈ ਏ ਮੇਰਾ। ਮਹਾਰਾਜ ਇਹ ਤਾਂ ਮੇਰੇ ਸਿਰ ਦਾ ਤਾਜ ਹੈ ਜੀ। ਹੁਣ ਕੌਡਾ ਕਹਿੰਦਾ ਮਹਾਰਾਜ ਇਹ ਭਾਈ ਮਰਦਾਨਾ ਇਹ ਤਾਂ ਮੇਰੇ ਸਿਰ ਦਾ ਤਾਜ ਹੈ। ਜਾਂ ਕੇ ਮਿਲੇ ਆਨੰਦ ਕਨੇਰਾ। ਜਿਸ ਨੂੰ ਮਿਲ ਕੇ ਘਣਾ ਆਨੰਦ ਬਣਿਆ। ਹਰਖਤ ਹੋਏ ਬੋਲਿਓ ਮਰਦਾਨਾ। ਮਰਦਾਨਾ ਜੀ ਵੀ ਬੜੇ ਖੁਸ਼ ਹੋਏ, ਬੈਠੇ ਨੇੜੇ ਤੇ ਬੋਲੇ, ਸਭ ਪ੍ਰਾਪਤ ਮੁਝ ਹੈ ਗਤਿ ਦਾਨਾ। ਮਹਾਰਾਜ ਜੀ ਇਹ ਫਲ ਮਿਲ ਗਏ ਜੀ। ਮਹਾਰਾਜ ਮੈਨੂੰ ਤੁਸੀਂ ਛਕੋ ਕੋਲੋਂ ਹੀ। ਮਹਾਰਾਜ ਮੈਨੂੰ ਮਿਲ ਗਏ ਪਾਤਸ਼ਾਹ ਸਤਿਗੁਰੂ ਜੀ, ਇਹ ਆਪ ਜੀ ਦੇ ਹਨ। ਬਖਸ਼ੋ ਖਤਾ ਕੀਨ ਮੈਂ ਭਾਰੀ। ਮੇਟਨ ਕਰੀ ਰਜਾਏ ਤੁਮਾਰੀ। ਮਹਾਰਾਜ ਜੀ ਮੇਰੀ ਖਤਾ ਬਖਸ਼ ਦਿਓ, ਹੁਣ ਮੇਰੀ ਭੁੱਲ ਬਖਸ਼ ਦਿਓ। ਭਾਈ ਮਰਦਾਨਾ ਜੀ ਕਹਿੰਦੇ ਮੈਂ ਤੁਹਾਡੀ ਰਜਾ ਮੋੜੀ ਹੈ, ਤੁਹਾਡਾ ਹੁਕਮ ਮੋੜਿਆ। ਮਹਾਰਾਜ ਕਿਰਪਾ ਕਰਕੇ ਮੇਰੀ ਭੁੱਲ ਬਖਸ਼ ਦਿਓ। ਨਿਜ ਪ੍ਰਸੰਤਾ ਮੋ ਪਰ ਕੀਜੈ। ਆਪਣੀ ਪ੍ਰਸੰਨਤਾ ਮੇਰੇ ਤੇ ਕਰੋ। ਸਦਾ ਸੰਗ ਅਬ ਮੁਝੇ ਰਖੀਜੈ। ਮਹਾਰਾਜ ਮੈਨੂੰ ਸਦਾ ਆਪਣੇ ਨਾਲ ਰੱਖੋ। ਸ਼੍ਰੀ ਮੁਖ ਕਾਏ ਸਦਾ ਸੋ ਪ੍ਰਸੰਨਾ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਤੇਰੇ ਤੇ ਸਦਾ ਹੀ ਪ੍ਰਸੰਨ ਹਾਂ। ਤੂੰ ਸੰਗ ਰਹੋ ਸਦਾ ਸੁਖ ਮੰਨਾ। ਤੂੰ ਸਦਾ ਸਾਡੇ ਨਾਲ ਰਹਿ ਸੁਖ ਮੰਨ ਕੇ। ਛੁਦਾ ਲਗੀ ਓਏ ਹੈ ਤੁਝ ਤਾਈ। ਮਹਾਰਾਜ ਜੀ ਕਹਿੰਦੇ ਮਰਦਾਨਿਆਂ ਭੁੱਖ ਲੱਗੀ ਹੋਣੀ ਹੈ ਤੈਨੂੰ, ਕੜਾਕਾ ਲੱਗਾ ਹੋਣਾ। ਹਾਂਜੀ, ਖਾਓ ਮధుਰ ਫਲ ਕੋ ਤ੍ਰਿਪਤਾਈ। ਆ ਮਿੱਠੇ ਮਿੱਠੇ ਫਲ ਛਕੋ ਭਾਈ ਮਰਦਾਨਾ ਜੀ, ਤ੍ਰਿਪਤ ਹੋਵੋ। ਮੈਂ ਆਇਸ ਲੈ ਕਰ ਤੈਂ ਕਾਲਾ। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਇਹ ਫਲ ਸੁੰਦਰ ਮధుਰ ਬਿਸਾਲਾ। ਜਿਹੜੇ ਬੜੇ ਮਿੱਠੇ ਫਲ ਸਨ ਸੋਹਣੇ, ਤਰੇ ਗੁਰੂ ਆਗੇ ਰਸ ਪੂਰੇ। ਉਹ ਸਤਿਗੁਰੂ ਜੀ ਦੇ ਸਨਮੁਖ ਰੱਖੇ ਹੋਏ ਸੀ। ਪੁਨ ਮਰਦਾਨੇ ਕੋ ਦੀਏ ਰੂਰੇ। ਉਹਦੇ ਚੋਂ ਕੁਝ ਫਲ ਭਾਈ ਬਾਲਾ ਜੀ ਕਹਿੰਦੇ ਮੈਂ ਪਹਿਲਾਂ ਸਤਿਗੁਰਾਂ ਨੂੰ ਦਿੱਤੇ, ਫਿਰ ਭਾਈ ਮਰਦਾਨੇ ਨੂੰ ਦਿੱਤੇ। ਨਿਜ ਆਹਾਰ ਮੈਂ ਲੀਨ ਬਹੋਰੀ। ਫਿਰ ਜਿੰਨੇ ਕ ਮੈਂ ਛਕਣੇ ਸੀ ਭਾਈ ਬਾਲਾ ਜੀ ਕਹਿੰਦੇ ਮੈਂ ਲੈ ਲਏ। ਅਚੇ ਮధుਰ ਜਿਨ ਸਾਧ ਨ ਥੋਰੀ। ਕਹਿੰਦੇ ਬੜੇ ਮਿੱਠੇ ਫਲ ਸਨ, ਪਤਾ ਨਹੀਂ ਉਹ ਰਾਖਸ਼ ਕੌਡਾ ਕਿੱਥੋਂ ਲਿਆਇਆ ਸੀ। ਅਨੂਠੇ ਫਲ ਸਨ ਤੇ ਬੜੇ ਸਵਾਦੀ ਸਨ। ਫਲ ਜੇ ਹੁਤੇ ਆਗੇ ਸੁਖਦਾਈ। ਜਿਹੜੇ ਫਲ ਸਤਿਗੁਰੂ ਜੀ ਦੇ ਸਾਹਮਣੇ ਪਏ ਸਨ, ਸੋ ਉਚਾਏ ਦੀਏ ਰਾਖਸ਼ ਤਾਈ। ਉਹਦੇ ਚੋਂ ਮਹਾਰਾਜ ਜੀ ਨੇ ਕੁਝ ਫਲ ਆਪਣੇ ਪਾਵਨ ਹੱਥਾਂ ਨਾਲ, ਸੋਹਣੇ ਹੱਥਾਂ ਨਾਲ ਚੁੱਕ ਕੇ ਗਰੀਬ ਨਵਾਜ ਸਾਹਿਬ ਜੀ ਨੇ ਕੌਡੇ ਰਾਖਸ਼ ਨੂੰ ਦਿੱਤੇ। ਜਬ ਕੋਡੇ ਕੀਏ ਮੁਖ ਮੈਂ ਪਾਵਨ। ਜਦੋਂ ਕੌਡੇ ਨੇ ਉਹ ਫਲ ਆਪਣੇ ਮੂੰਹ ਵਿੱਚ ਪਾਏ, ਤਤ ਛਿਨ ਕਰੀ ਦੇਹ ਪਲਟਾਵਨ। ਤਤ ਛਿਨ ਉਹਦੀ ਦੇਹ ਪਲਟ ਕੇ ਰਾਖਸ਼ ਤੋਂ ਦੇਵਤਿਆਂ ਦਾ ਸਰੀਰ ਹੋ ਗਿਆ। ਸੁਰ ਸਰੂਪ ਹੋਏ ਉਸਤਤ ਠਾਨੀ। ਦੇਵਤਾ ਹੋ ਗਿਆ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ। ਦੇਵਤੇ ਬਣਾ ਦਿੱਤਾ। ਜਦੋਂ ਕੌਡਾ ਦੇਵਤਾ ਹੋ ਗਿਆ ਨਾ ਤੇ ਮੇਰੇ ਸਾਹਿਬ ਗੁਰੂ ਨਾਨਕ ਸਾਹਿਬ ਦੀਆਂ ਫਿਰ ਸਿਫਤਾਂ ਕਰਨ ਲੱਗਾ। ਸੁਣੋ ਜੀ। ਨਮੋ ਨਮੋ ਕਰਤਾ ਚੌਖਾਨੀ। ਬੋਲਿਆ ਨਮੋ ਨਮੋ ਨਮਸਕਾਰ ਨਮਸਕਾਰ, ਹੈ ਕਰਤਾ ਗੁਣਾ ਦੀ ਖਾਨ ਗੁਰੂ ਨਾਨਕ ਸਾਹਿਬ ਤੁਹਾਨੂੰ ਨਮਸਕਾਰ। ਨਿਰਗੁਣ ਸਰਗੁਣ ਤੋਰ ਸਰੂਪਾ। ਨਿਰਗੁਣ ਸਰਗੁਣ ਤੁਹਾਡੇ ਹੀ ਸਵਰੂਪ ਹਨ। ਮਨ ਬਾਣੀ ਤੇ ਪਰੇ ਅਨੂਪਾ। ਮਹਾਰਾਜ ਮਨ ਬਾਣੀ ਤੋਂ ਤੁਹਾਡਾ ਪਰੇ ਹੈ ਸਰੂਪ। ਪਾਰ ਬ੍ਰਹਮ ਪਰਮੇਸ਼ਰ ਸੁਆਮੀ। ਤੁਸੀਂ ਪਾਰ ਬ੍ਰਹਮ ਪਰਮੇਸ਼ਰ ਸੁਆਮੀ ਹੋ। ਮੋਰ ਨਮਾਮ ਨਮਾਮ ਨਮਾਮੀ। ਮੇਰੀ ਨਮਸਕਾਰ ਹੈ ਨਮਸਕਾਰ ਹੈ ਨਮਸਕਾਰ ਹੈ। ਭਗਤ ਵਚਲ ਦੀਨਨ ਦੁਖ ਇਹ ਭੰਜਨ। ਭਗਤ ਵਚਲ ਦੀਨਾਂ ਦੇ ਦੁੱਖ ਭੰਨਣ ਵਾਲੇ। ਜੈ 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 ਮੁਨਿ ਜਨ ਮਨ
ਨਿਰੰਜਨ। ਜੈ 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 ਹੋਵੇ ਗੁਰੂ ਨਾਨਕ ਸਾਹਿਬ ਆਪ ਜੀ ਆਪਣੇ ਮੁਨੀ ਜਨਾਂ ਦੇ ਸੇਵਕਾਂ ਦੇ ਮਨ ਖੇੜੇ ਚ ਕਰਨ ਵਾਲੇ ਹੋ। ਸੰਤ ਵਿਰੋਧਨ ਕੋ ਨਿਤ ਘਾਲਿਕ। ਜਿਹੜੇ ਸੰਤਾਂ ਦੇ ਵਿਰੋਧੀ ਨੇ ਉਹਨਾਂ ਦਾ ਨਾਸ਼ ਕਰਨ ਵਾਲੇ ਹੋ। ਧਰਮ ਸੇਤ ਜਗ ਮੈਂ ਪ੍ਰਤਪਾਲਕ। ਤੁਸੀਂ ਧਰਮ ਦਾ ਪੁਲ ਬੰਨਣ ਵਾਲੇ ਹੋ ਸੰਸਾਰ ਦੇ ਉੱਤੇ। ਪੁਨ ਬੰਧਨ ਤਵ ਪਦ ਭਗਵੰਤਾ। ਹੇ ਭਗਵੰਤ ਜੀ ਤੁਹਾਡੇ ਚਰਨਾਂ ਤੇ ਮੇਰੀ ਵੰਦਨਾ ਹੈ, ਨਮਸਕਾਰ ਹੈ। ਸੁਨੋ ਪਇਓ ਜਿਵ ਮਮ ਵਿਰਤੰਤਾ। ਹੁਣ ਮਹਾਰਾਜ ਮੈਂ ਆਪਣੀ ਵਿਥਿਆ ਦੱਸਦਾ, ਮੇਰੀ ਹਾਲਤ ਤੇ ਰਾਖਸ਼ ਦੀ ਕਿਵੇਂ ਹੋਈ ਹੈ, ਮੈਂ ਰਾਖਸ਼ ਕਿਵੇਂ ਬਣਿਆ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅੰਮ੍ਰਿਤ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਵਾਹਿਗੁਰੂ